ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵੀ ਸ਼੍ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। मल जन्म जन्म दी कटिया तुध डिठे सच्चे पातशाह। मल जन्म जन्म दी कटिया सतनाम श्री वाहिगुरु साहिब जी। आषाढ़ तपंदा तिस लगे हर नाहु न जिन्ना पास। जग जीवन पुरख त्याग के मानस संधियास। आषाढ़ तपंदा तिस लगे हर नाहु न जिन्ना पास। जग जीवन पुरख त्याग के मानस संधियास। दुइया पाए बिगुचिया गल भई सो जम की फास। जेहा बीजै सो लूणै मत्थै जो लिखियास। रैण बिहाणी पछताणी उठ चली गई निरास। जिनको साधु भेटिया सो दरगह होए खलास। कर कृपा प्रभ आपनी तेरे दर्शन होए प्यास। प्रभ तुध बिन दूजा को नहीं नानक की अरदास। आषाढ़ सुहंदा तिस लगे जिस मन हर चरण निवास। आषाढ़ सुहंदा तिस लगे जिस मन हर चरण निवास। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। ज्ञान ध्यान किछ कर्म ना जाना
ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂ ਨਾਹੀ ਵਿਸਰਿਆ। ਕਿਰਪਾਲੂ ਦਿਆਲੂ, ਰਹਿਮਤਾਂ ਬਖਸ਼ਿਸ਼ਾਂ ਦੇ ਸਾਗਰ, 10 ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ ਅਕਾਲ ਪੁਰਖ ਜੋਤ ਗੁਰੂ ਤਖਤ ਸ੍ਰੀ ਪਟਨਾ ਸਾਹਿਬ ਦੀ ਪਾਵਨ ਇਲਾਹੀ ਸਰਜ਼ਮੀਨ ਤੇ ਗੁਰੂ ਕੀ ਪਾਵਨ ਗੋਦ ਦਾ ਨਿਗ ਲੈ ਰਹੇ ਗੁਰੂ ਸਵਾਰੇ ਖਾਲਸਾ ਜੀਓ। ਆਓ ਸਾਹਿਬ ਜੀ ਦੀਆਂ ਮਿਹਰਾਮਤਾਂ ਦੇ ਸਦਕਾ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਧੰਨ ਦਾਤਾਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਸਦਕਾ ਪਿਛਲਾ ਜੋ ਜੇਠ ਦਾ ਮਹੀਨਾ ਗੁਰੂ ਰਹਿਮਤਾਂ ਦੇ ਨਾਲ ਸੰਪੂਰਨ ਹੋਇਆ, ਹਰ ਇੱਕ ਨੂੰ ਮਾਲਕ ਨੇ ਸਰੀਰ ਕਾਇਮ ਦਾਇਮ ਰੱਖਿਆ। ਹਰ ਇੱਕ ਦੀ ਸਵਾਸਾਂ ਦੀ ਚੱਲਦੀ ਹੋਈ ਇਹ ਡੋਰ ਜਿਹੜੀ ਹੈ ਇਹਨੂੰ ਲਗਾਤਾਰ ਜਾਰੀ ਰੱਖਿਆ। ਸੋ ਦਾਤੇ ਦਾ ਬੀਤ ਚੁੱਕੇ ਮਹੀਨੇ ਤੇ ਸ਼ੁਕਰਾਨਾ ਕਰਨ ਵਾਸਤੇ ਅਤੇ ਆਸਾੜ ਮਹੀਨੇ ਦੀ ਹਾੜ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਮਾਲਕ ਦੇ ਦਰ ਤੇ ਆਉਣ ਵਾਲੇ ਦਿਨਾਂ ਦੀ ਭਲੀ ਕਾਮਨਾ ਲੈ ਕਰਕੇ ਜੁੜ ਬੈਠੇ ਗੁਰੂ ਸਵਾਰੇ ਖਾਲਸਾ ਜੀਓ। ਆਓ ਸਾਹਿਬ ਅੱਗੇ ਅਰਦਾਸ ਕਰੋ ਕਿ ਮਾਲਕ ਜੀ ਸਾਨੂੰ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਦਾ ਸੁਣਨ ਦਾ ਬਲ ਬਖਸ਼ਿਸ਼ ਕਰੋ। ਆਓ ਜਿੱਥੇ ਵੀ ਸੰਸਾਰ ਵਿੱਚ ਬਹਿ ਕਰਕੇ ਕੋਈ ਸਰੀਰ ਸਰਵਣ ਕਰ ਰਿਹਾ ਹੈ, ਹਜੂਰ ਦਾਤਾ ਜੀ ਦੇ ਮੁਬਾਰਕ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਗੁਰਫਤਿਹ ਦੀ ਸਾਂਝ ਕਰਦਿਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜੂਰ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਪਾਵਨ ਸਿੰਘਾਸਨਾਂ ਤੇ ਸੁਭਾਏਮਾਨ ਹੁੰਦਿਆਂ ਅਸੀਸਾਂ ਬਖਸ਼ਿਸ਼ ਕੀਤੀਆਂ, ਆਪਣੀਆਂ ਰਹਿਮਤਾਂ ਨਾਲ ਨਿਵਾਜਿਆ, ਪਾਵਨ ਮੁਖ ਵਾਕ ਬਖਸ਼ਿਸ਼ ਕੀਤੇ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਬਚਨ ਤਨਾਸਰੀ ਮਹੱਲਾ ਚੌਥਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 667 ਅੰਗ ਤੇ ਸਹਿਬ ਦੇ ਇਹ ਬਚਨ ਸੁਭਾਏਮਾਨ ਹਨ। ਹਮ ਅੰਦੁਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਗੁਰ ਸਿੱਖ ਮੀਤ ਚਲਹੁ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨਹੁ, ਹਰ ਹਰ ਕਥਾ ਨਿਰਾਲੀ ਰਹਾਓ। ਹਜੂਰ ਗੁਰੂ ਰਾਮਦਾਸ ਮਹਾਰਾਜ ਜੀ ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ 'ਚ ਕਿਰਪਾ ਕਰਦੇ ਕਿ ਐ ਮੇਰੇ ਗੁਰਸਿੱਖ ਮਿੱਤਰੋ, ਗੁਰੂ ਜੋ ਵੀ ਜ਼ਿੰਦਗੀ ਦੇ ਅੰਦਰ ਕਹਿ ਰਿਹਾ, ਜੋ ਵੀ ਜ਼ਿੰਦਗੀ ਅੰਦਰ ਕਰ ਰਿਹਾ, ਜੋ ਵੀ ਗੁਰੂ ਨੇ ਸਾਨੂੰ ਕਮਾਉਣ ਦੇ ਵਾਸਤੇ ਕਿਹਾ, ਉਹਦੇ ਉੱਤੇ ਕਦੀ ਕੋਈ ਸ਼ੰਕਾ ਨਾ ਕਰੋ, ਉਹਦੇ ਉੱਤੇ ਕਦੀ ਕੋਈ ਕਟਾਕਸ਼ ਨਾ ਕਰੋ। ਜੋ ਗੁਰੂ ਨੇ ਹੁਕਮ ਕੀਤਾ ਹੈ, ਗੁਰੂ ਦਾ ਆਸਰਾ ਲੈ ਕਰਕੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰੋ। ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਦੀ ਕੋਸ਼ਿਸ਼ ਯਤਨ ਕਰੋ। ਗੁਰੂ ਨੂੰ ਆਪਣੀ ਉਂਗਲੀ ਪਕੜਾਓ ਤਾਂ ਕਿ ਇਸ ਮਾਰਗ ਦੇ ਉੱਤੇ ਸੁਖੈਨ ਤਰੀਕੇ ਨਾਲ ਚੱਲਿਆ ਜਾ ਸਕੇ। ਪ੍ਰਾਰੰਭਤਾ ਕਰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਕਿ ਐ ਸਤਿਗੁਰੂ, ਹਮ ਅੰਧੁਲੇ ਅੰਧ ਬਿਖੈ ਬਿਖ ਰਾਤੇ, ਅਸੀਂ ਪੂਰੀ ਤਰ੍ਹਾਂ ਅਗਿਆਨਤਾ ਦੇ ਨਾਲ ਅੰਨੇ ਹੋਏ ਪਏ ਹਾਂ, ਸਾਡੇ ਕੋਲ ਗਿਆਨ ਰੂਪੀ ਨੇਤਰ ਨਹੀਂ ਹਨ। ਉਸ ਤੋਂ ਵੱਡਾ ਦੁਖਾਂਤ ਇਹ ਹੈ, ਇੱਕ ਤੇ ਹਾਂ ਅੰਨੇ, ਦੂਜਾ ਜਿਸ ਰਾਹ ਤੇ ਚੱਲਣਾ ਉਹ ਰਾਹ ਵੀ ਹਨੇਰੇ ਨਾਲ ਭਰਿਆ ਹੈ। ਤਾਂ ਮਹਾਰਾਜ ਜੀ ਸਾਡੀ ਇਸ ਤਰ੍ਹਾਂ ਦੀ ਦਸ਼ਾ ਬਿਖੈ ਬਿਖ ਰਾਤੇ, ਅਸੀਂ ਪੂਰੀ ਤੌਰ ਤੇ ਇਹਨਾਂ ਵਿਸ਼ਿਆਂ ਦੀ ਜ਼ਹਿਰ ਦੇ ਅੰਦਰ ਰੱਤੇ ਹੋਏ ਹਾਂ। ਹਰ ਹਰ ਸਾਹ, ਹਰ ਹਰ ਖਿਨ, ਹਰ ਹਰ ਦਿਨ ਅਸੀਂ ਜੀਵਨ ਦਾ ਇੱਕ ਇੱਕ ਪਲ ਜਿਹੜਾ ਇਹਨਾਂ ਵਿਸ਼ਿਆਂ ਦੀ ਜ਼ਹਿਰ ਨੂੰ ਪ੍ਰਾਪਤ ਕਰਦਿਆਂ, ਭੋਗਦਿਆਂ ਹੋਇਆਂ, ਮਾਣਦਿਆਂ ਹੋਇਆਂ ਆਪਣੇ ਜੀਵਨ ਦੇ ਦਿਨ ਬਸਰ ਕਰਦੇ ਹਾਂ। ਬਿਖੈ ਬਿਖ ਰਾਤੇ, ਕਿਉਂ ਚਾਲਹਿ ਗੁਰ ਚਾਲੀ। ਐ ਸਾਹਿਬ ਪਾਤਸ਼ਾਹ ਜੀ, ਅਸੀਂ ਤੁਹਾਡੇ ਦੱਸੇ ਹੋਏ ਰਾਹ ਦੇ ਉੱਤੇ ਆਪਣੇ ਬਲ ਦੇ ਨਾਲ ਕਿਵੇਂ ਚੱਲ ਸਕਦੇ ਹਾਂ? ਸਾਡੇ ਕੋਲ ਉਹ ਚਾਲ ਹੀ ਨਹੀਂ। ਜਦੋਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਚਾਲਾ ਨਿਰਾਲੀ ਭਗਤਾਂ ਹਕੇਰੀ, ਬਿਖਮ ਮਾਰਗ ਚੱਲਣਾ,
ਕਿ ਮਹਾਰਾਜ ਜੀ ਤੁਹਾਡੇ ਭਗਤਾਂ ਦੀ ਜਿਹੜੀ ਨਿਰਾਲੀ ਚਾਲ ਹੈ ਨਾ, ਕਿ ਉਹ ਸਾਡੇ ਕੋਲ ਬਿਖਮ ਮਾਰਗ ਦੇ ਉੱਤੇ ਚੱਲਣ ਵਾਲੀ ਉਹ ਨਿਰਾਲੀ ਚਾਲ ਸਾਡੇ ਕੋਲ ਹੈ ਨਹੀਂ। ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਉਹ ਸਤਿਗੁਰੂ ਸੁੱਖਾਂ ਦਾ ਦੇਣ ਵਾਲਾ, ਸੁੱਖਾਂ ਦਾ ਦਾਤਾ ਜਿਹੜਾ ਹੈ, ਉਹ ਸਾਡੇ ਤੇ ਤਰਸ ਕਰ ਦਵੇ ਕਿਤੇ। ਹਮ ਲਾਵੈ ਆਪਨ ਪਾਲੀ, ਸਾਨੂੰ ਆਪਣੇ ਪੱਲੇ ਦੇ ਨਾਲ ਜੋੜ ਲਵੇ, ਸਾਨੂੰ ਆਪਣੇ ਲੜ ਲਾ ਲਵੇ। ਜਿਸ ਤਰ੍ਹਾਂ ਸੰਸਾਰ ਦੇ ਵਿੱਚ ਜਿਸ ਦਿਨ ਵਿਆਹ ਹੁੰਦਾ ਹੈ ਤੇ ਇੱਕ ਬੱਚੀ ਇੱਕ ਕੰਤ ਦੇ ਇੱਕ ਪਤੀ ਦੇ ਲੜ ਲੱਗਦੀ ਤੇ ਸ਼ਬਦ ਪੜ੍ਹਿਆ ਜਾਂਦਾ ਹੈ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ। ਤੇ ਇਹ ਮੇਰੇ ਸੰਸਾਰ ਦੇ ਸਾਈਂ, ਇਹ ਮੇਰੇ ਖਸਮ, ਮੈਂ ਸਾਰੇ ਸੰਸਾਰ ਨੂੰ ਤਿਆਗ ਕੇ ਛੱਡ ਕੇ ਪੱਲੇ ਤੈਂਡੇ ਲਾਗੀ। ਮੈਂ ਹੁਣ ਤੇਰੇ ਪੱਲੇ ਨਾਲ ਲੜ ਗਈ ਹਾਂ। ਹੁਣ ਮੇਰੀ ਇੱਜ਼ਤ ਦਾ ਰਖਵਾਲਾ ਤੂੰ, ਮੇਰੇ ਖਾਣ ਪੀਣ ਪਹਿਰਨ ਦਾ ਫਿਕਰਮੰਦ ਅੱਜ ਤੋਂ ਤੂੰ, ਮੇਰੀ ਇੱਜ਼ਤ ਪੱਤ ਨੂੰ ਸਾਂਭਣ ਸੰਭਾਲਣ ਵਾਲਾ ਤੂੰ, ਮੇਰੇ ਇਸ ਸਰੀਰ ਜਾਂ ਮੇਰੇ ਸਰੀਰ ਨਾਲ ਜੁੜੇ ਹੋਏ ਹਰ ਸੁੱਖ ਦਾ ਮਾਲਕ ਅੱਜ ਤੋਂ ਤੂੰ ਹੈ। ਮੇਰੇ ਜੀਵਨ ਨੂੰ ਦਿਸ਼ਾ ਪ੍ਰਦਿਸ਼ਾ ਪ੍ਰਦਾਨ ਕਰਨ ਵਾਲਾ ਅੱਜ ਤੋਂ ਤੂੰ ਹੈ। ਭਾਵ ਮੈਂ ਪੂਰਨ ਤੌਰ ਤੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਅੱਜ ਤੋਂ ਤੇਰੀ ਹਾਂ। ਸੋ ਇਸੇ ਤਰ੍ਹਾਂ ਇੱਕ ਜੀਵ ਇਸਤਰੀ ਜਦੋਂ ਕੰਤ ਪਰਮੇਸ਼ਰ ਨਾਲ ਜੁੜਦੀ ਹੈ ਤੇ ਉਹਦੇ ਪ੍ਰਥਾਏ ਵੀ ਹਜੂਰ ਪਾਤਸ਼ਾਹ ਵੀ ਕਹਿੰਦੇ ਕਿ ਦਾਤਾ ਤਰਸ ਕਰੇ ਹਮ ਲਾਵੈ ਆਪਨ ਪਾਲੀ, ਗੁਰਸਿੱਖ ਮੀਤ ਚਲਹੁ ਗੁਰੂ ਚਾਲੀ। ਐ ਗੁਰਸਿੱਖ ਮਿੱਤਰੋ, ਗੁਰੂ ਦੀ ਦਸੀ ਹੋਈ ਚਾਲ ਦੇ ਉੱਤੇ ਇਸ ਤਰ੍ਹਾਂ ਚੱਲਣਾ ਕਰੋ, ਜੋ ਗੁਰ ਕਹੈ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਕਿ ਜੋ ਵੀ ਗੁਰੂ ਕਹਿ ਰਿਹਾ ਹੈ, ਜਿਸ ਤਰ੍ਹਾਂ ਗੁਰੂ ਸਮਝਾ ਰਿਹਾ ਹੈ, ਜਿਸ ਤਰ੍ਹਾਂ ਚੱਲਣ ਦੇ ਵਾਸਤੇ ਗੁਰੂ ਉਪਦੇਸ਼ ਕਰ ਰਿਹਾ ਹੈ, ਉਸ ਤਰ੍ਹਾਂ ਚੱਲਣਾ ਕਰੋ। ਹਰ ਹਰ ਕਥਾ ਨਿਰਾਲੀ, ਇਹ ਗੁਰੂ ਦੀ ਨਿਰਾਲੀ ਕਥਾ ਹੈ। ਇਹ ਗੁਰੂ ਦੇ ਨਿਰਾਲੇ ਚੋਜ ਹਨ, ਇਹ ਗੁਰੂ ਦੇ ਨਿਰਾਲੇ ਕੌਤਕ ਹਨ, ਜੋ ਸ਼ਾਇਦ ਸਾਨੂੰ ਜੀਵਨ ਦੇ ਅੰਦਰ ਪਹਿਲੇ ਦਿਨ ਸਮਝ ਨਹੀਂ ਆਉਂਦੇ। ਕੋਈ ਦੁੱਖ ਵਾਪਰਦਾ ਹੈ ਤੇ ਆਪਾਂ ਨੂੰ ਪਹਿਲੇ ਦਿਨ ਬਹੁਤ ਅਸਹਿ ਪੀੜਾ ਹੁੰਦੀ ਕਿ ਨਹੀਂ, ਰੱਬ ਨੇ ਇੰਜ ਕਿਉਂ ਕੀਤਾ, ਪਰਮਾਤਮਾ ਨੇ ਇੰਜ ਕਿਉਂ ਕੀਤਾ। ਪਰ ਸਮਾਂ ਪਾ ਕੇ ਆਪਾਂ ਨੂੰ ਇਸ ਗੱਲ ਦੀ ਬੜੀ ਸੋਹਣੇ ਤਰੀਕੇ ਨਾਲ ਸੋਝੀ ਆਉਂਦੀ ਕਿ ਜੇ ਉਸ ਦਿਨ ਇਹ ਘਟਨਾ ਨਾ ਵਾਪਰਦੀ, ਆਹ ਦੁੱਖ ਨਾ ਆਉਂਦਾ, ਤੇ ਪਤਾ ਹੀ ਨਹੀਂ ਅੱਜ ਮੇਰਾ ਜੀਵਨ ਜਿਹੜਾ ਉਹ ਕਿੱਥੇ ਖੜਾ ਹੋਣਾ ਸੀ। ਜਿਸ ਤਰ੍ਹਾਂ ਇੱਕ ਡਾਕਟਰ ਆਪਰੇਸ਼ਨ ਕਰਦਾ ਹੈ, ਮਰੀਜ਼ ਉਹਨੂੰ ਕਬੂਲ ਵੀ ਬੋਲਦਾ ਹੈ, ਉਹਦੇ ਨਾਲ ਗੁੱਸਾ ਵੀ ਕਰਦਾ ਹੈ, ਉਹਦੀਆਂ ਚੀਜ਼ਾਂ ਵੀ ਚੁੱਕ ਕੇ ਸੁੱਟਦਾ ਹੈ, ਕਈ ਵਾਰ ਉਹਦੇ ਨਾਲ ਲੜ ਵੀ ਪੈਂਦਾ ਹੈ। ਪਰ ਬਾਅਦ ਵਿੱਚ ਸਮਝ ਆਉਂਦੀ ਕਿ ਜੇ ਉਹ ਮੇਰੇ ਸਰੀਰ ਦੀ ਚੀਰ ਫੜ ਨਾ ਕਰਦਾ, ਸ਼ਾਇਦ ਹੁਣ ਤੱਕ ਮੈਂ ਇਸ ਜਹਾਨੋਂ, ਇਸ ਦੁਨੀਆ ਤੋਂ ਤੁਰ ਗਿਆ ਹੁੰਦਾ। ਸੋ ਇਸੇ ਤਰ੍ਹਾਂ ਗੁਰੂ ਜੋ ਵੀ ਖੇਡ ਵਰਤਾਉਂਦਾ ਹੈ, ਇੱਕਦਮ ਸਾਡੇ ਜੀਵਨ ਨੂੰ ਸਮਝ ਨਹੀਂ ਆਉਂਦੀ। ਇਹਦਾ ਕਾਰਨ ਇਹ ਹੈ ਕਿ ਸਾਡੇ ਕੋਲ ਉਹ ਉੱਚੀ ਅਵਸਥਾ ਨਹੀਂ। ਪੁਰਾਤਨ ਗੁਰਸਿੱਖ, ਕਮਾਈ ਵਾਲੇ ਜਿਹੜੇ ਗੁਰਸਿੱਖ ਸਨ, ਉਹਨਾਂ ਨੂੰ ਗੁਰੂ ਦੀ ਖੇਡ ਉਸੇ ਵੇਲੇ ਸਮਝ ਆਉਂਦੀ ਕਿਉਂਕਿ ਉਹ ਤ੍ਰੈ ਕਾਲਦਰਸ਼ੀ ਸਨ। ਉਹਨਾਂ ਨੂੰ ਪਤਾ ਹੈ ਇਹਦਾ ਆਉਣ ਵਾਲੇ ਸਮੇਂ ਵਿੱਚ ਨਤੀਜਾ, ਰਿਜ਼ਲਟ ਕੀ ਹੋਏਗਾ। ਆਪਾਂ ਤ੍ਰੈ ਕਾਲਦਰਸ਼ੀ ਨਹੀਂ, ਆਪਣੇ ਉਂਗਲ ਜਿਹੜੀ ਉਸੇ ਵੇਲੇ ਗੁਰੂ ਦੇ ਉੱਤੇ ਸ਼ੰਕਾ ਕਰਕੇ ਉੱਠ ਪੈਂਦੀ। ਸੋ ਖੈਰ, ਗੁਰੂ ਰਾਮਦਾਸ ਮਹਾਰਾਜ ਸਮੁੱਚੇ ਸ਼ਬਦ ਦਾ ਭਾਵ ਅਰਥ ਕਹਿ ਕੇ ਸਮਝਾਉਂਦੇ ਨੇ ਕਿ ਜੋ ਗੁਰ ਕਹੈ ਸੋਈ ਭਲ ਮੰਨਹੁ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿ ਰਿਹਾ ਉਹਨੂੰ ਭਲਾ ਕਰਕੇ ਮੰਨੋ। ਇਹੀ ਜੀਵਨ ਅੰਦਰ ਉਹਦੀ ਨਿਰਾਲੀ ਗਾਥਾ ਹੈ, ਉਹਦੇ ਇਹ ਨਿਰਾਲੇ ਕੌਤਕ ਹਨ। ਰਹਾਓ। ਇੱਥੇ ਸਾਹਿਬ ਪਾਤਸ਼ਾਹ ਜੀ ਠਹਿਰਾਓ ਬਖਸ਼ਿਸ਼ ਕਰਦੇ ਹਨ। ਸੋ ਰਹਾਓ ਤੱਕ ਇਸ ਪਾਵਨ ਸ਼ਬਦ ਨੂੰ ਸਾਂਝ ਕਰਦੇ ਹਾਂ, ਕਿਉਂਕਿ ਅੱਜ ਹਜੂਰ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਆਸਾੜ ਮਹੀਨੇ ਦੇ ਪਾਵਨ ਸ਼ਬਦ ਦੀ ਲੰਬੇਰੀ ਵਿਚਾਰ ਹੈ। ਸੋ ਆਓ ਆਸੀਸ ਬਖਸ਼ਿਸ਼ ਕਰੋ, ਹਜੂਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦੇ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲਗੈ, ਹਰ ਨਾਹੁ ਨ ਜਿਨਾ ਪਾਸ। ਹਜੂਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ 12 ਮਹਾਮਾਜ ਜੋ ਪਾਵਨ ਬਾਣੀ ਹੈ, ਜਿਸ ਨੂੰ ਪਿਆਰ ਵਾਲੇ ਗੁਰਸਿੱਖ ਨਿਤਨੇਮ ਦੇ ਵਿੱਚ ਵੀ ਪੜ੍ਹਦੇ ਹਨ। ਸੋ ਇਸ ਤਰ੍ਹਾਂ ਹਰ ਕੋਈ ਗੁਰਸਿੱਖ ਜਿਹੜਾ ਹੈ ਉਹ ਜੇ ਨਿਤਨੇਮ ਵਿੱਚ ਨਹੀਂ ਵੀ ਪੜ੍ਹਦਾ ਤੇ ਤਕਰੀਬਨ ਸੰਗਰਾਂਦ ਦੇ ਦਿਹਾੜੇ ਦੇ ਉੱਤੇ ਹਰ ਇੱਕ ਦੀ ਭਾਵਨਾ ਮਨਸ਼ਾ ਹੁੰਦੀ ਹੈ ਕਿ ਮੈਂ ਗੁਰੂ ਕਾ ਇਹ ਪਾਵਨ ਉਪਦੇਸ਼ ਬਚਨ ਜਿਹੜਾ ਹੈ ਇਹਨੂੰ ਜ਼ਰੂਰ ਸਰਵਣ ਕਰਾਂ। ਸੋ ਹਜੂਰ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਵਕਤ ਸਿੱਖਾਂ ਨੇ, ਸੰਗਤਾਂ ਨੇ ਬੇਨਤੀ ਕੀਤੀ, ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਕੋਈ ਉਪਦੇਸ਼ ਬਖਸ਼ਿਸ਼ ਕਰੋ, ਕਿਉਂਕਿ ਹਰ ਮਜ਼ਹਬ ਵਾਲਾ
ਆਪਣੇ ਧਰਮ ਦੇ ਰਹਿਬਰ ਦੇ ਕੋਲ ਜਾ ਕੇ ਜਾਂ ਉਪਦੇਸ਼ਕ ਦੇ ਕੋਲ ਜਾ ਕੇ ਕੋਈ ਉਪਦੇਸ਼ ਪ੍ਰਾਪਤ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ 12 ਮਾਹ ਤੋਂ ਖਾਰੀ ਰਾਗ ਅੰਦਰ ਉਚਾਰਨ ਕੀਤੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਹ ਬਾਣੀ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਕਠਿਨ ਹੈ। ਉਹ ਆਮ ਜਿਹੜੇ ਗੁਰਸਿੱਖ ਨੇ ਜਿਨ੍ਹਾਂ ਨੂੰ ਬਹੁਤਾ ਗਿਆਨ, ਬਹੁਤੀ ਸੂਝ ਸਮਝ ਨਹੀਂ ਹੈ, ਉਹਨਾਂ ਦੀ ਸਮਝ ਵਿੱਚ ਨਹੀਂ ਆਉਂਦੀ। ਜਦੋਂ ਸਾਹਿਬ ਦੇ ਤੁਖਾਰੀ ਰਾਗ ਅੰਦਰ ਬਚਨ ਪੜ੍ਹੀਏ ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਆਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁਖ ਸਹੈ, ਸੁਖ ਹੈ ਅਗਨ ਪਖੈ। ਕਿ ਆਸਾੜ ਦੇ ਮਹੀਨੇ ਅੰਦਰ ਆਸਾੜ ਭਲਾ, ਭਲੀ ਪ੍ਰਕਾਰ ਬਹੁਤ ਸਿਖਰ ਦੇ ਉੱਤੇ ਜਾ ਕਰ ਕੇ ਸੂਰਜ ਗਗਨ ਤਪੈ। ਸੂਰਜ ਜਿਹੜਾ ਉਸ ਆਕਾਸ਼ ਦੇ ਵਿੱਚ ਤਪਦਾ ਹੈ, ਅੱਗ ਦੀ ਤਰ੍ਹਾਂ ਉਹਦੀ ਤਪਸ਼ ਜਿਹੜੀ ਉਹ ਧਰਤੀ ਦੇ ਉੱਤੇ ਆ ਕੇ ਡਿੱਗਦੀ ਹੈ। ਧਰਤੀ ਰਸ ਸੁਖ ਹੈ, ਧਰਤੀ ਦੁੱਖ ਸਹੈ, ਸੁਖ ਹੈ ਅਗਨ ਪਖੈ। ਧਰਤੀ ਜਿਹੜੀ ਉਹ ਦੁੱਖ ਸਹਿੰਦੀ ਹੈ। ਕਿਉਂ ਦੁੱਖ ਸਹਿੰਦੀ? ਕਿਉਂਕਿ ਉਸ ਵਕਤ ਜਦੋਂ ਆ ਗਰਮੀ ਦੇ ਦਿਨਾਂ 'ਚ ਦੇਖਦੇ ਆ, ਸੂਰਜ ਦੀ ਇੰਨੀ ਤਪਸ਼ਿਸ਼ ਧਰਤੀ ਦੇ ਉੱਤੇ ਪੈਂਦੀ ਹੈ ਕਿ ਜਿਹੜੇ ਕੋਈ ਪਾਣੀ ਦੇ ਤਲਾਬ ਹਨ ਉਹ ਵੀ ਸੁੱਕ ਜਾਂਦੇ ਨੇ, ਬਨਸਪਤੀ ਦਾ ਰਸ ਸੁੱਕ ਜਾਂਦਾ ਹੈ। ਬਹੁਤ ਲਹਿਲਾਉਂਦੀ ਬਨਸਪਤੀ ਜਿਹੜੀ ਹੈ ਉਹ ਸੂਰਜ ਦੀ ਤਪਸ਼ ਨੂੰ ਨਾ ਸਹਾਰਦੀ ਹੋਈ ਸੁੱਕ ਜਾਂਦੀ ਹੈ। ਛੋਟੀਆਂ ਥਾਵਾਂ ਤੇ ਖੜਾ ਹੋਇਆ ਪਾਣੀ ਜਿਹੜਾ ਉਹ ਸੁੱਕ ਜਾਂਦਾ। ਇੰਜ ਕਹਿ ਲਓ ਜ਼ਮੀਨ ਦੇ ਉੱਤੇ ਜਿੱਥੇ ਪੈਰ ਰੱਖੋ ਅੰਗਿਆਰਿਆਂ ਦੀ ਅੱਗ ਦਾ ਸੇਕ ਜਿਹੜਾ ਉਹ ਕਈ ਵਾਰ ਵੱਜਦਾ। ਧਰਤੀ ਦੁੱਖ ਸਹੈ, ਸੁੱਖ ਹੈ ਅਗਨ ਪਖੈ। ਅੱਗ ਦੀ ਤਰ੍ਹਾਂ ਜਦੋਂ ਸੂਰਜ ਭਖਦਾ ਹੈ, ਇਸ ਰਸ ਨੂੰ ਇਸ ਬਨਸਪਤੀ ਦੇ ਅੰਦਰ ਲਈ ਜਿਹੜੀ ਕੋਈ ਠੰਡਕ ਹੈ ਜਾਂ ਬਨਸਪਤੀ ਦੇ ਅੰਦਰ ਕੋਈ ਪਾਣੀ ਹੈ ਜਾਂ ਧਰਤੀ ਤੇ ਕੋਈ ਪਾਣੀ ਦਾ ਸਰੋਤ ਹੈ, ਉਹ ਸੁੱਕ ਜਾਂਦਾ, ਧਰਤੀ ਤਪਦੀ ਹੈ। ਅਗਨ ਰਸ ਸੁੱਖ ਹੈ, ਮਰੀਐ ਧੁੱਖ ਹੈ, ਭੀ ਸੋ ਕਿਰਤ ਨਾ ਹਾਰੇ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਵੀ ਕਮਾਲ ਦੀ ਗੱਲ ਹੈ, ਅਗਰ ਅੱਗ ਦੀ ਤਰ੍ਹਾਂ ਸੂਰਜ ਦੀ ਤਪਸ਼ ਕਿਰਨਾਂ ਵਰਦੀਆਂ ਨੇ, ਫਿਰ ਧਰਤੀ ਜਿਹੜੀ ਹੈ ਦੁੱਖ ਸਹਿੰਦੀ ਹੈ, ਪਰ ਭੀ ਸੋ ਕਿਰਤ ਨਾ ਹਾਰੇ। ਸੂਰਜ ਦਾ ਕੈਸਾ ਸੁਭਾਅ, ਉਹ ਆਪਣੀ ਕਿਰਤ ਨੂੰ ਭਾਵ ਆਪਣੇ ਸੁਭਾਅ ਨੂੰ ਤਿਆਗਣ ਵਾਸਤੇ ਤਿਆਰ ਹੀ ਨਹੀਂ ਹੈ। ਉਹਦੇ ਸਾਹਮਣੇ ਕਿੰਨਾ ਕੋਈ ਤੜਫਦਾ ਹੋਵੇ, ਕਿੰਨਾ ਕੋਈ ਦੁੱਖ ਸਹਿੰਦਾ ਹੋਵੇ, ਸੂਰਜ ਕਦੀ ਨਹੀਂ ਕਹਿੰਦਾ ਮੈਂ ਆਪਣੇ ਸੁਭਾਅ ਨੂੰ ਤਿਆਗ ਦਿੰਦਾ ਹਾਂ। ਰਥ ਫਿਰੈ ਛਾਇਆ ਧਨ ਤਾਕੈ, ਟੀਂਡ ਲਵੈ ਮੰਝ ਬਾਰੇ। ਕਿ ਜਿਸ ਤਰ੍ਹਾਂ ਰਥ ਘੁੰਮਦਾ ਹੈ, ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਸੂਰਜ ਦਾ ਰਥ ਜਿਹੜਾ ਉਹ ਫਿਰਦਾ ਹੈ। ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਕਿ ਰਥ ਫਿਰੈ, ਸੂਰਜ ਦਾ ਰਥ ਘੁੰਮਦਾ ਹੈ, ਛਾਇਆ ਧਨ ਤਾਕੈ। ਤੇ ਨਿਮਾਣੀ ਜਿੰਦ ਜਿਹੜੀ ਉਹ ਛਾਂ ਲੱਭਦੀ ਫਿਰਦੀ। ਜਦੋਂ ਸਿਖਰ ਦੁਪਹਿਰਾ ਲੱਗਦਾ ਤੇ ਹਰ ਰਾਹੀ ਪਾਂਧੀ ਜਿਹੜਾ ਉਹ ਛਾਂ ਭਾਲਦਾ ਵੀ ਕਿਤੇ ਕੋਈ ਰੁੱਖ ਦੀ ਛਾਂ ਮਿਲ ਜਾਏ, ਕਿਤੇ ਕੋਈ ਛਪਰੀ ਮਿਲ ਜਾਏ, ਕਿਤੇ ਕੋਈ ਸਿਰ ਢੱਕਣ ਵਾਸਤੇ ਇਸ ਸੂਰਜ ਦੀ ਅੱਗ ਤੋਂ ਬਚਣ ਵਾਸਤੇ ਥਾਂ ਮਿਲ ਜਾਏ, ਥੋੜਾ ਸਮਾਂ ਦੁਪਹਿਰ ਦਾ ਜਿਹੜਾ ਕਿਸੇ ਛਾਂ ਵਿੱਚ ਬਹਿ ਕੇ ਕੱਟ ਲਿਆ ਜਾਵੇ। ਛਾਇਆ ਧਨ ਤਾਕੈ, ਟੀਂਡ ਲਵੈ ਮੰਝ ਬਾਰੇ। ਤੇ ਛੋਟੇ ਛੋਟੇ ਟਿੰਡੇ ਜਿਹੜੇ ਹਨ, ਭਾਵ ਛੋਟੇ ਛੋਟੇ ਜੀਵ ਜਿਹੜੇ ਹਨ, ਕਈ ਰੂਪ ਦੇ ਅੰਦਰ ਹਨ, ਕਿਉਂਕਿ ਕਿਸੇ ਇੱਕ ਜੀਵ ਦੀ ਗੱਲ ਨਹੀਂ ਕਰ ਸਕਦੇ। ਮੱਖੀਆਂ ਦੀ ਤਰ੍ਹਾਂ ਕਈ ਛੋਟੇ ਛੋਟੇ ਜੀਵ ਹਵਾ ਵਿੱਚ ਉੱਡਦੇ ਨੇ, ਆਮ ਸਾਡੇ ਸਰੀਰਾਂ ਕੋਲ ਆ ਕੇ ਬਹਿੰਦੇ ਹਨ। ਸੋ ਉਹ ਵੀ ਜਿਹੜੇ ਮੰਝ ਬਾਰੇ, ਉਹ ਵੀ ਕਿਤੇ ਬਾਹਰ ਖੁੱਲ੍ਹੇ ਥਾਂ ਦੇ ਉੱਤੇ ਜਾ ਕਰਕੇ ਆਸਰਾ ਭਾਲਦੇ ਨੇ, ਜਿੱਥੇ ਸੁਖੈਨ ਹਵਾ, ਠੰਡੀ ਹਵਾ ਉਹਨਾਂ ਨੂੰ ਪ੍ਰਾਪਤ ਹੋ ਸਕੇ। ਤਾਂ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਅਵਗਨ ਬਾਂਧ ਚੱਲੀ ਦੁੱਖ ਆਗੈ, ਸੁਖ ਤਿਸ ਸਾਚ ਸੰਭਾਲੇ। ਕਿ ਜਿਸ ਤਰ੍ਹਾਂ ਇਹ ਸਾਰੀ ਅੱਗ ਵਰਦੀ ਹੈ, ਇਹ ਬਨਸਪਤੀ ਰਸ ਸੁਖਾ ਲੈਂਦੀ ਹੈ, ਦੁੱਖ ਪ੍ਰਾਪਤ ਕਰਦੀ, ਇਸੇ ਤਰ੍ਹਾਂ ਜਿਹੜੀ ਜੀਵ ਇਸਤਰੀ ਹੈ ਨਾ, ਜੇ ਉਹਦੇ ਜੀਵਨ ਅੰਦਰ ਇਹ ਸਾਰਾ ਕੁਛ ਮੰਦ ਕਰਮਾਂ ਦੀ ਅੱਗ ਵਰਦੀ ਰਹੀ, ਵਿਸ਼ਿਆਂ ਵਕਾਰਾਂ ਦੀ ਅੱਗ ਵਰਦੀ ਰਹੀ, ਉਹਦੇ ਜੀਵਨ ਅੰਦਰ ਵਾਸ਼ਨਾਵਾਂ ਦਾ ਸੂਰਜ ਤਪਦਾ ਰਿਹਾ, ਤੇ ਜੀਵਨ ਅੰਦਰ ਜੇ ਕੋਈ ਭਲਾ, ਜੇ ਕੋਈ ਸ਼ੁਭ ਗੁਣ ਦਾ ਰਸ ਹੈ ਤਾਂ ਰਸ ਸੁੱਖ ਹੈ, ਉਹ ਰਸ ਜਿਹੜਾ ਉਹ ਸੁੱਕ ਜਾਂਦਾ ਹੈ। ਆਪਾਂ ਸੁਭਾਵਿਕ ਇਸ ਗੱਲ ਨੂੰ ਸਮਝਦੇ ਹਾਂ ਕਿ ਕਦੀ ਵੀ ਜ਼ਿੰਦਗੀ ਦੇ ਅੰਦਰ ਕ੍ਰੋਧ ਆ ਜਾਵੇ ਤੇ ਤੁਹਾਡੇ ਸਾਰੇ ਦਿਨ ਦੀ ਖੁਸ਼ੀ ਖਤਮ ਹੋ ਜਾਂਦੀ ਹੈ। ਜਿਸ ਬੰਦੇ ਨੇ ਸਾਰਾ ਦਿਨ ਹੱਸਣਾ ਖੇਡਣਾ ਸੀ, ਉਹਦੇ ਨਾਲ ਕੋਈ ਘਟਨਾ ਹੋ ਗਈ, ਉਹਨੂੰ ਕਿਸੇ ਗੱਲ ਤੇ ਗੁੱਸਾ ਆ ਗਿਆ, ਤੇ 2-4 ਘੰਟੇ ਤਾਂ ਸੁਭਾਵਿਕ ਹੀ ਹੈ, ਉਹ ਕਹਿੰਦਾ ਨਹੀਂ ਮੈਨੂੰ ਬੁਲਾਓ ਨਾ, ਮੇਰਾ ਹੁਣ ਇਹ ਗੱਲ ਕਰਨ ਨੂੰ ਜੀ ਨਹੀਂ ਕਰਦਾ, ਕਿਉਂ ਮੈਨੂੰ ਗੁੱਸਾ ਹੀ ਇੰਨਾ ਚੜਿਆ ਹੋਇਆ। ਮਤਲਬ ਇੱਕ ਵਾਰ ਕ੍ਰੋਧ ਆਇਆ ਤੇ ਤੇਰੇ 2-4 ਘੰਟਿਆਂ ਦੀ ਖੁਸ਼ੀ ਜਿਹੜੀ ਉਹਨੇ ਖੋਹ ਲਈ। ਇੱਕ ਵਾਰ ਕੋਈ ਚਿੰਤਾ ਆਈ, ਉਹਨੇ ਸਾਰੇ ਦਿਨ ਦਾ ਸੁੱਖ ਆਰਾਮ ਜਿਹੜਾ ਉਹ ਖੋਹ ਲਿਆ। ਇਸੇ ਤਰ੍ਹਾਂ ਜੇ ਜੀਵਨ ਵਿੱਚ ਵਾਸ਼ਨਾ ਦਾ ਸੂਰਜ ਸਿਖਰ ਤੇ ਤਪਦਾ ਰਿਹਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਹ ਜੀਵਨ ਦਾ ਸਾਰਾ ਰਸ ਜਿਹੜਾ ਧਰਤੀ ਦੇ ਇਹਨਾਂ ਪੌਦਿਆਂ ਦੇ ਰਸ ਦੀ ਸੁੱਖਣ ਦੀ ਨਿਆਈ ਸੁੱਕ ਜਾਂਦਾ ਹੈ। ਤਾਂ ਹਜ਼ੂਰ ਕਹਿੰਦੇ ਫਿਰ ਅਵਗਨਾਂ ਨਾਲ ਬੰਨੀ ਹੋਈ ਜੀਵ ਇਸਤਰੀ ਜਿਹੜੀ ਅਵਗਨ ਬਾਂਧ ਚੱਲੀ ਦੁੱਖ ਆਗੈ, ਉਹ ਅੱਗੇ ਵੀ ਦੁੱਖ ਪ੍ਰਾਪਤ ਕਰਦੀ। ਸੁੱਖ ਤਿਸ ਸਾਚ ਸੰਭਾਲੇ, ਸੁੱਖ ਉਹਨੂੰ ਹੀ ਹੈ ਜਿਹੜੀ ਉਹਦੇ ਸੱਚ ਨੂੰ ਸੰਭਾਲ ਲੈਂਦੀ, ਜਿਹੜੇ ਉਹਦੇ ਸੱਚ ਦੇ ਨਾਲ
जुड़ जाती है। तो हजूर पातशाह कहते नानक जिसनों इहो मन दिया मरण जीवन प्रभ नाले, जिसनों मालक ने ये मन दे दिता है, किहड़ा मन जिहड़ा उहदी बंदगी करदा है, जिहड़ा मन उहदे नाल एकाग्र हो के रहिंदा है, जिहड़ा मन सुरत टिका के चलदा है, जिहड़ा मन उहदे दसे हुए रस्तियां ते चलदा। नानक जिसनों इहो मन दिया मरण जीवन प्रभ नाले, वो करता अकाल पुरख परमेश्वर उहदे जिउण ते मरण हर दुख ते सुख दे विच उहदे नाल सहाई हो जाता है। महाराज गुरु अर्जन देव पातशाह जी ये जो गुरु नानक साहिब जी दे पावन बचन हैं जो तुखारी राग अंदर हैं, महाराज इन्हां दी सानू सुखैन तरीके नाल समझ नहीं आउंदी। हजूर गुरु अर्जन देव पातशाह फिर तरस करके ये पावन बाणी ये शब्द उचारण किया, आषाढ़ तपंदा तिस लगा। हाड़ का महीना जिन्हों आप आम भाषा च कहने हाड़ का महीना ये तपदा है। तो हजूर पातशाह कहते तपदा जिहड़ा है बाहरी तौर के उत्ते तो हुण शरीर है, देखो मैं कई दफ़ा जिक्र करदा शरीर के उत्ते दुख ने आउणा, मौसम ने अपना असर पाउणा ये सुभाविक है, शरीर मन्नेगा। पर जे शरीर दे नाल जुड़ जावांगे फिर मन भी उस दुख नूं मन्नेगा। उदाहरण के तौर पर तुसीं देखोगे कि कुछ साधु हुंदे ने जिहड़े निर्वस्त्र हुंदे ने, नांगे साधु हुंदे ने, किन्ना भी कक्कर पैंदा होवे पोह दे महीनिਆਂ ਵਿੱਚ, जे उन्हां दी बॉडी नूं टच करोगे, शरीर नूं हथ लाओगे, शरीर ठंडा ही है। ये नहीं कह सकते भी उन्हां नूं ठंड नहीं लगती तो शायद शरीर ही उन्हां दा ठंडा नहीं हुंदा होएगा। शरीर पूरी तरह ठंडा होएगा, तुसीं टच करके देखो स्किन उन्हां दी जिहड़ी पूरी तरह ठंडी है, पर वो इस ठंड नूं महसूस नहीं करते पाए। वो अपने आनंद दे विच हन, अपनी मस्ती विच हन। उस मस्ती का कोई भी कारण हो सकता है क्योंकि सारे बराबर नहीं होंदे। जे कोई नशा लै करके उस ठंड नूं खत्म करदा है, उस ठंड नूं ना महसूस करन वाली अवस्था नूं माणदा है, उहदी अपनी कोई जीवन की खुशी जां कोई कर्म है। जिहड़ा कोई नाम दे आनंद विच बैठा है, कोई शरीर दे देह अध्यास नूं त्याग के बैठा है, उहदी अपनी कर्मां दी खेड है। सारिਆਂ ਨੂੰ बराबर एक रसे नाल नहीं बन्निया जा सकता। सो कहण दा भाव गर्मी आएगी शरीर सारिਆਂ दे तपे हुंदे ने। हाँ, एक मनुख है जिहड़ा गर्मी थोड़ी जी पैंदी है तो बुरी तरह गर्मी मानदा है, महसूस करदा भी बड़ी अग वरदी है। एक वो भी मनुख है जिहड़ा इस वरदी हुई अग दे विच बाहर दिहाड़ी करदा हुंदा है, जिहड़ा छत्तां दे उत्ते चढ़ के लोहे दे नाल सरीए दे नाल काम कर रहा हुंदा है, लोहे दे उत्ते नंगे पैरीं तुरिया फिरदा हुंदा वो भी मनुख ही है। शरीर उहदा भी तप रहा, पसीना उहनूं भी बुरी तरह आया, पर वो इस दुख नूं अपने मन के तल ते नहीं जाण दिंदा। जे उस गल नूं मन ले के बहुत गर्मी पैंदी पई है, शायद वो 2 मिनट भी काम नहीं कर सकेगा। दुख लग रहा है पर उस दुख नूं मन दे नाल नहीं जुड़न दे रहा। सो इस तरह हजूर पातशाह कहंदे आषाढ़ का महीना बहुत तपदा है, बहुत अग वरनी है। ठीक है, अज 1-2-4 दिनों का मौसम मीह पै रहा, पर हाँ अगां चल के कई स्टेटां दे विच अग वर रही है, सूरज सिखर ते तपदा है। तो साहिब पातशाह कहंदे आषाढ़ तपंदा तिस लगा है, ये उन्हां नूं लगदा है। हर ना हो ना जिन्हां पास, जिन्हां दे कोल हरि परमेश्वर का नाम नहीं है, भाव जिन्हां दे कोल वो परमेश्वर रूपी कंत नहीं है, जिहड़ियां उहदे सुख तो वांझियां हन, उहदे गोल तो सखणियां हन, जां उहनूं खसम मालक पति कहण वाले शब्द तो वांझियां हन, जिन्हां दे कोल उहदे प्रेममई शब्द नहीं हन। साहिब पातशाह कहंदे उन्हां नूं इह महीना बड़ा तपदा लगदा है। जग जीवन पुरख त्याग कै मानस संधियास। जिन्हां ने जगत नूं जीवन देण वाले अकाल पुरख नूं त्याग दिता है, वो जग जीवन है, सारे जगत नूं जीवन दिंदा है। सानू तुहानू साडे तो पहलां हो के चले गए, साडे तो बाद जिहड़े आउणगे, इन्हां सारिआं नूं जीवन परमेश्वर दान दिंदा है, दान रूप विच दिंदा है। जी दान दे भगती लायन, वो जीवन दान दिंदा है, वो दान करदा है, साडे ते तरस करदा है ते साडी झोली विच जीवन दी इस सुवासां दी दात जिहड़ी वो पा दिंदा है। जिन्हों साहिब बाणी अंदर एक वचन कहिंदे ने कि वो सारे संसार दा दाता है। जी जंत तेरे धारे प्रभ डोरी हाथ तुम्हारे, कि सारा संसार जिहड़ा है तेरे हत्थ दे विच धारण कीता है, प्रभ डोरी हाथ तुम्हारे। ये सारे जगत दी डोरी जिहड़ी है तेरे हत्थ विच है। गुरु कलगीधर पातशाह कहंदे जान को देत अजान को देत, जमीन को देत जमान को दह है, काहे को डोलत है तुमरी सुध, सुंदर श्री पदमापत लह है। को जमीन जमान भाव आकाश धरती
ਇਹ ਸਾਰੀਆਂ ਥਾਵਾਂ ਦੇ ਉੱਤੇ ਰਹਿਣ ਵਾਲੇ ਜੀਵਾਂ ਨੂੰ, ਫਿਰ ਇਹ ਆਕਾਸ਼ ਧਰਤੀ ਨੂੰ, ਇਹਨਾਂ ਸਾਰਿਆਂ ਨੂੰ ਸੁੱਖ ਦਾਤਾਂ ਪ੍ਰਦਾਨ ਕਰਨ ਵਾਲਾ ਉਹ ਪਰਮੇਸ਼ਰ ਹੈ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਉਹ ਜਗਤ ਦਾ ਜੀਵਨ ਮਾਲਕ ਹੈ, ਪਰ ਸਾਡਾ ਸੁਭਾਅ ਕੀ ਜਗ ਜੀਵਨ ਪੁਰਖ ਤਿਆਗ ਕੈ। ਖੈਰ ਇੱਕ ਤਿਆਗ ਸ਼ਬਦ ਆਇਆ, ਮੈਂ ਜ਼ਿਕਰ ਕਰਾਂ, ਖਿਆਲ ਆਇਆ। ਤਿਆਗ ਦੇ ਅੰਦਰ ਤੇ ਛੁੱਟ ਜਾਣ ਅੰਦਰ ਬੜਾ ਵੱਡਾ ਫਰਕ ਹੈ। ਇਹ ਇਸ ਤਰ੍ਹਾਂ ਦਾ ਹੈ ਗੁਰਮੁਖੋ ਕਿ ਜਿਵੇਂ ਇੱਕ ਚੀਜ਼ ਸਾਨੂੰ ਕਿਤੇ ਰਹਿ ਗਈ, ਤੁਸੀਂ ਕਿਤੇ ਗਏ ਸੀ, ਉਹ ਚੀਜ਼ ਉੱਥੇ ਰਹਿ ਗਈ, ਪਰ ਤੁਹਾਨੂੰ ਆਪ ਹੀ ਨਹੀਂ ਪਤਾ। ਕਾਫੀ ਮਹੀਨਿਆਂ ਬਾਅਦ ਉਸ ਚੀਜ਼ ਦੀ ਲੋੜ ਪਈ। ਜਦੋਂ ਲੋੜ ਪਈ ਤੇ ਆਪਾਂ ਨੂੰ ਉਸ ਦਿਨ ਯਾਦ ਆਇਆ ਉਹ ਚੀਜ਼ ਤੇ ਉੱਥੇ ਰਹਿ ਗਈ ਆਪਣੀ। ਕਈ ਵਾਰ ਕੁਝ ਦਿਨਾਂ ਬਾਅਦ ਯਾਦ ਆਉਂਦਾ ਹੈ, ਕੁਝ ਮਹੀਨਿਆਂ ਬਾਅਦ ਯਾਦ ਆਉਂਦਾ ਹੈ, ਕਈ ਵਾਰ ਸਾਲਾਂ ਬਾਅਦ ਯਾਦ ਆਉਂਦਾ ਹੈ, ਜਦੋਂ ਚੀਜ਼ ਨੂੰ ਵਰਤਣਾ ਹੋਵੇ ਕਿ ਉਹ ਚੀਜ਼ ਤੇ ਅੱਜ ਪਤਾ ਲੱਗਾ ਵੀ ਤੇ ਫਲਾਣੀ ਥਾਂ ਤੇ ਆਪਾਂ ਗਏ ਸੀ, ਫਲਾਣੀ ਰਿਸ਼ਤੇਦਾਰੀ 'ਚ ਜਾਂ ਫਲਾਣੇ ਥਾਂ ਘੁੰਮਣ ਗਏ ਸੀ, ਉਹ ਤੇ ਆਪਣੀ ਉੱਥੇ ਰਹਿ ਗਈ ਸੀ। ਵਿਛੋੜਾ ਉਸ ਚੀਜ਼ ਨਾਲੋਂ ਵੀ ਪਿਆ, ਪਰ ਉਹ ਅਸੀਂ ਜਾਣ ਕੇ ਨਹੀਂ ਸੀ ਛੱਡ ਕੇ ਆਏ, ਉੱਥੇ ਰਹਿ ਗਈ, ਸਾਡੇ ਖਿਆਲ 'ਚੋਂ ਵਿਸਰ ਗਈ, ਸਾਨੂੰ ਪਤਾ ਨਹੀਂ ਲੱਗਾ। ਇੱਕ ਹੁੰਦਾ ਹੈ ਧਾਰ ਕੇ ਕਿਸੇ ਚੀਜ਼ ਨੂੰ ਤਿਆਗਣਾ, ਕਿ ਮੈਂ ਅੱਜ ਤੋਂ ਇਹ ਚੀਜ਼ ਛੱਡਤੀ, ਮੈਂ ਫਲਾਣੇ ਦਾ ਸੰਬੰਧ ਜਿਹੜਾ ਉਹ ਛੱਡ ਦਿੱਤਾ, ਹੁਣ ਉਹਦਾ ਤੇ ਮੇਰਾ ਕੋਈ ਲੈਣਾ ਦੇਣਾ ਨਹੀਂ। ਮਾਤਾ ਪਿਤਾ ਅਖਬਾਰਾਂ 'ਚ ਪੜ੍ਹਦੇ ਆ, ਧੀਆਂ ਪੁੱਤਰਾਂ ਦਾ ਤਿਆਗ ਕਰ ਦਿੰਦੇ ਨੇ, ਧੀ ਪੁੱਤਰ ਮਾਪਿਆਂ ਦਾ ਤਿਆਗ ਕਰਕੇ ਬਿਰਧ ਆਸ਼ਰਮਾਂ 'ਚ ਛੱਡ ਆਉਂਦੇ ਨੇ। ਸੋ ਇਹ ਸਾਰਾ ਕੁਝ ਸੰਸਾਰ 'ਤੇ ਦੇਖਦੇ। ਇੱਕ ਹੁੰਦਾ ਹੈ ਕਿਸੇ ਚੀਜ਼ ਨੂੰ ਚਾਹ ਕੇ ਤਿਆਗਣਾ, ਕਿ ਮੈਂ ਫਲਾਣੇ ਦਾ ਅੱਜ ਤੋਂ ਤਿਆਗ ਕਰ ਦਿੱਤਾ। ਇੱਕ ਤਪਸਵੀ ਕਹਿੰਦਾ ਮੈਂ ਅੱਜ ਤੋਂ ਘਰ ਦਾ ਤਿਆਗ ਕਰ ਦਿੱਤਾ। ਅਚਾਨਕ ਨਹੀਂ ਹੋਇਆ ਵੀ ਜੇ ਉਹਨੂੰ ਕੋਈ ਪੁੱਛੇ ਤੇ ਉਹ ਕਵੇ ਮੈਨੂੰ ਤਾਂ ਅੱਜ ਚੇਤਾ ਆਇਆ ਵੀ ਮੇਰਾ ਤਾਂ ਘਰ ਵੀ ਹੁੰਦਾ ਸੀ ਕਦੀ। ਨਹੀਂ, ਉਹ ਦੱਸੇਗਾ ਕਿ ਮੇਰਾ ਉੱਥੇ ਘਰ ਸੀ, ਇਸ ਤਰ੍ਹਾਂ ਮੈਨੂੰ ਵੈਰਾਗ ਲੱਗਾ, ਮੈਂ ਫਿਰ ਘਰ-ਬਾਰ ਜਿਹੜਾ ਉਹ ਤਿਆਗ ਦਿੱਤਾ। ਮਤਲਬ ਜਿਹੜਾ ਤਿਆਗ ਸ਼ਬਦ ਹੈ ਇਹ ਉਹ ਹੈ ਜਿਹੜਾ ਤੁਸੀਂ ਚਾਹ ਕੇ ਤਿਆਗਦੇ ਹੋ, ਅਣਜਾਣੇ 'ਚ ਨਹੀਂ ਹੋਇਆ, ਅਚਨਚੇਤ ਨਹੀਂ ਹੋਇਆ, ਤੁਸੀਂ ਚਾਹ ਕੇ ਤਿਆਗ ਕੀਤਾ। ਹਜ਼ੂਰ ਪਾਤਸ਼ਾਹ ਕਹਿੰਦੇ ਇਸ ਮਨੁੱਖ ਨੇ ਕੀ ਕੀਤਾ ਹੈ, ਜਗਤ ਦਾ ਜੀਵਨ ਦੇਣ ਵਾਲਾ ਪਰਮੇਸ਼ਰ ਜਿਹੜਾ ਉਹਨੂੰ ਤਿਆਗਿਆ ਹੈ, ਅਚਾਨਕ ਨਹੀਂ ਛੁੱਟਿਆ ਸਾਡੇ ਤੋਂ, ਅਸੀਂ ਚਾਹ ਕੇ ਉਹਨੂੰ ਤਿਆਗਿਆ। ਹੁਣ ਆਪ ਜੀ ਇਹ ਸਵਾਲ ਕਰੋ ਕਿ ਮਨ ਦੇ ਵਿੱਚ ਵੀ ਐਸਾ ਤਾਂ ਕੋਈ ਬੇਵਕੂਫ ਨਹੀਂ ਜਿਹੜਾ ਚਾਹ ਕੇ ਰੱਬ ਨੂੰ ਤਿਆਗੇਗਾ। ਸਮਝਿਓ ਥੋੜਾ ਗੱਲ ਨੂੰ। ਆਪਾਂ ਕਦੀ ਐਸਾ ਤੇ ਨਹੀਂ ਵੀ ਕਹੀਏ ਮੈਂ ਤਾਂ ਕਦੀ ਨਹੀਂ ਗੁਰੂ ਕੋਲ ਆ ਕੇ ਅਰਦਾਸ ਕੀਤੀ ਕਿ ਚੰਗਾ ਮਹਾਰਾਜ ਜੀ ਅੱਜ ਤੋਂ ਮੈਂ ਤੁਹਾਨੂੰ ਤਿਆਗ ਦਿੱਤਾ। ਜੇ ਕਿਸੇ ਬੰਦੇ ਨੂੰ ਕੋਈ ਵੀ ਜੀਵਨ 'ਚ ਐਸਾ ਨਹੀਂ ਹੋਏਗਾ ਜਿਹੜਾ ਕਵੇ ਮੈਂ ਕਦੇ ਧਾਰ ਕੇ ਗੱਲ ਕਹੀ ਕਿ ਹਾਂ ਪਰਮੇਸ਼ਰ ਜੀ ਮੈਂ ਤੁਹਾਨੂੰ ਅੱਜ ਤੋਂ ਤਿਆਗ ਦਿੱਤਾ। ਐਸਾ ਪ੍ਰਤੱਖ ਰੂਪ 'ਚ ਤੇ ਨਹੀਂ ਹੋਏਗਾ, ਪਰ ਅਸੀਂ ਚਾਹ ਕੇ ਉਹਨੂੰ ਤਿਆਗਿਆ। ਹੁਣ ਇਸ ਗੱਲ ਨੂੰ ਥੋੜ੍ਹਾ ਜਿਹਾ ਮੈਂ ਕਲੀਅਰ ਕਰਾਂ ਤਾਂ ਇੰਝ ਹੋਏਗੀ, ਸਾਡੇ ਸਾਹਮਣੇ ਦੋ ਆਪਸ਼ਨ ਸਨ ਜ਼ਿੰਦਗੀ ਦੇ ਅੰਦਰ, ਹਰ ਮਨੁੱਖ ਦੀ ਗੱਲ ਕਰ ਰਹੇ ਹਾਂ। ਉਹ ਆਪਸ਼ਨ ਇਹ ਸਨ ਕਿ ਤੁਸੀਂ ਦਾਤਾਂ ਲੈਣੀਆਂ ਕਿ ਦਾਤਾ ਲੈਣਾ ਹੈ। ਹੁਣ ਇੱਥੇ ਮਨ ਦੇ ਤਲ ਦੇ ਉੱਤੇ ਸਵਾਲ ਜਵਾਬ ਹੋਏ ਨੇ। ਇਹ ਪ੍ਰਤੱਖ ਰੂਪ 'ਚ ਨਹੀਂ ਸਾਡੇ ਸਾਹਮਣੇ ਗੱਲ ਆਈ ਵੀ ਤੁਸੀਂ ਖੜੇ ਹੋ, ਤੁਹਾਨੂੰ ਕਿਸੇ ਨੇ ਆ ਕੇ ਪੁੱਛਿਆ ਵੀ ਦੱਸੋ ਤੁਹਾਨੂੰ ਗੁਰੂ ਚਾਹੀਦਾ ਕਿ ਸੰਸਾਰ। ਇਹ ਉਹ ਚੀਜ਼ਾਂ ਨੇ ਜਿਹੜੀਆਂ ਸਾਡੇ ਮਨ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ, ਸਾਨੂੰ ਆਪ ਨਹੀਂ ਪਤਾ ਲੱਗਦਾ। ਇਹ ਮਨ ਕਈ ਮਤੇ ਪਕਾ ਜਾਂਦਾ ਪਰ ਸਾਨੂੰ ਪਤਾ ਹੀ ਨਹੀਂ ਲੱਗਦਾ। ਜਿਵੇਂ ਇੰਝ ਕਹਿ ਲਓ ਕਈ ਵਾਰ ਕੁਝ ਨੇਤਾ ਜਿਹੜੇ ਨੇ ਉਹ ਜਾ ਕੇ ਮੰਤਰੀਆਂ ਦੇ ਨਾਲ, ਸਰਕਾਰਾਂ ਨਾਲ ਕੁਝ ਮਤੇ ਪਗਾ ਆਉਂਦੇ ਨੇ ਤੇ ਜਿਹੜੇ ਆਮ ਜਨਤਾ ਹੁੰਦੀ ਉਹਨਾਂ ਨੂੰ ਕਈ ਵਾਰ 2-4 ਸਾਲ ਹੀ ਪਤਾ ਲੱਗਦਾ ਵੀ ਠੀਕ ਹੈ ਸਾਡਾ ਨੇਤਾ ਮਤਾ ਪਕਾ ਆਇਆ ਸੀ, ਹੁਣ ਇਹਦਾ ਦੁੱਖ ਸਾਨੂੰ ਭੋਗਣਾ ਪੈ ਰਿਹਾ। ਇਹ ਮਨ ਜਿਹੜਾ ਨਾ ਇਹ ਪਤਾ ਹੀ ਨਹੀਂ ਦਿਨ ਰਾਤ ਕਿੰਨੇ ਮਤੇ ਪਕਾਉਂਦਾ ਰਹਿੰਦਾ ਇਸ ਮਾਇਆ ਨਾਲ ਲੱਗ ਕੇ। ਇਸ ਤਨ ਨੂੰ ਤੇ ਕਈ ਵਾਰ ਸਾਲਾਂ ਬਾਅਦ ਜਾ ਕੇ ਪਤਾ ਲੱਗਦਾ ਵੀ ਮਨ ਨੇ ਆਹ ਮਤਾ ਜਿਹੜਾ ਪਕਾ ਲਿਆ। ਤਾਂ ਹੀ ਬਚਨ ਪੜ੍ਹਦੇ ਹੋ ਮਨ ਕੇ ਮਤੇ ਨਾ ਚੱਲੀਏ ਸੰਸਾਰ ਦੇ ਉੱਤੇ। ਕੁਝ ਵਿਦਵਾਨਾਂ ਦੇ ਬੋਲ ਨੇ ਮਨ ਕੇ ਮਤਾ ਨਾ ਚੱਲੀਏ, ਮਨ ਕੇ ਮਤੇ ਅਨੇਕ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸ਼ੇਖ। ਜਿਹੜਾ ਮਨ ਮਤੇ ਪਕਾਉਂਦਾ ਹੈ ਨਾ ਇਹਨਾਂ ਦੇ ਉੱਤੇ ਨਾ ਚੱਲੋ। ਸੋ ਖੈਰ ਮੈਂ ਜ਼ਿਕਰ ਕਰ ਰਿਹਾ ਸੀ, ਜੇ ਆਪਾਂ ਕਹੀਏ ਵੀ ਨਹੀਂ ਗਿਆਨੀ ਜੀ ਅਸੀਂ ਕਦੀ ਚਾਹ ਕੇ ਤੇ ਰੱਬ ਨੂੰ ਤਿਆਗਿਆ ਹੀ ਨਹੀਂ ਹੈ, ਇੱਥੇ ਅਚਾਨਕ ਸਾਨੂੰ ਭੁੱਲ ਗਿਆ, ਅਚਾਨਕ ਛੁੱਟ ਗਿਆ, ਕਦੀ ਐਸਾ ਨਹੀਂ। ਸਾਡੇ ਸਾਹਮਣੇ ਦੋ ਆਪਸ਼ਨ ਸਨ ਕਿ ਤੁਸੀਂ ਦਾਤਾਂ ਚਾਹੀਦੀਆਂ ਜਾਂ ਦਾਤਾਰ ਚਾਹੀਦਾ। ਤੇ ਸੱਚ ਕਰਕੇ ਮੰਨਿਓ, ਝੂਠ ਨਹੀਂ ਹੈ, ਆਪਾਂ ਉਸ ਦਿਨ ਆਪਣੇ ਮਨ ਦੇ ਫੈਸਲੇ ਮੁਤਾਬਕ ਦਾਤਾਂ ਨੂੰ ਚੁਣਿਆ ਸੀ। ਇਹਦਾ ਮਤਲਬ ਆਪੇ ਤਿਆਗ ਕੀਤਾ ਗਿਆ, ਅਚਾਨਕ ਨਹੀਂ ਸਾਡੇ ਤੋਂ ਰੱਬ ਛੁੱਟਿਆ। ਅੱਜ ਕੋਈ ਕਵੇ ਮੇਰੇ ਪਰਮਾਤਮਾ ਮੇਰੇ ਤੋਂ ਦੂਰ ਹੋ ਗਿਆ, ਮੈਂ ਉਹਦੇ ਤੋਂ ਦੂਰ ਹੋ ਗਿਆ, ਉਹਦਾ ਮੇਰਾ ਵਿਛੋੜਾ ਪੈ ਗਿਆ, ਨਹੀਂ, ਅਸੀਂ ਚਾਹ ਕੇ ਉਹਨੂੰ ਤਿਆਗਿਆ ਹੋਇਆ। ਜਿਸ ਦਿਨ ਸਾਡੇ ਸਾਹਮਣੇ ਦਾਤਾਂ ਪਦਾਰਥਾਂ ਦੇ ਢੇਰ ਲੱਗੇ, ਅਸੀਂ ਦੌੜ ਕੇ ਬੱਚੇ ਦੀ ਤਰ੍ਹਾਂ ਮਾਂ ਨੂੰ ਪਿਤਾ ਨੂੰ ਛੱਡ ਕੇ ਖਿਡੌਣੇ ਵੱਲ ਨੂੰ ਬੱਚਾ ਦੌੜਦਾ। ਜਦੋਂ ਖਿਡੌਣੇ ਉਹਦੇ ਸਾਹਮਣੇ ਪਏ ਹੋਣ ਉਹਨੂੰ ਪੁੱਛ ਲਓ ਵੀ ਤੂੰ ਖਿਡੌਣੇ ਵੱਲ ਨੂੰ ਜਾਣਾ ਜਾਂ ਮਾਤਾ ਪਿਤਾ ਨੂੰ ਖਿਡੌਣਿਆਂ ਵੱਲ ਨੂੰ ਛੇਤੀ ਭੱਜਦਾ। ਸਾਡੀ ਉਹ ਹਾਲਤ ਹੈ, ਅਸੀਂ ਚਾਹ ਕੇ ਉਹਨੂੰ ਤਿਆਗਿਆ ਹੋਇਆ ਕਿਉਂਕਿ ਸਾਨੂੰ ਦਾਤ ਪਿਆਰੀ, ਵਿਸਰਿਆ ਦਾਤਾਰਾ।
ਸੋ ਹਜ਼ੂਰ ਪਾਤਸ਼ਾਹ ਕਹਿੰਦੇ ਇਸ ਮਨੁੱਖ ਨੇ ਜਗਤ ਨੂੰ ਜੀਵਨ ਦੇਣ ਵਾਲੇ ਅਕਾਲ ਪੁਰਖ ਪਰਮੇਸ਼ਰ ਨੂੰ ਤਿਆਗ ਦਿੱਤਾ ਹੈ। ਇਹ ਤਿਆਗਣ ਦੇ ਕਾਰਨ ਹੀ ਮਾਨਸ ਸੰਧੀ ਆਸ ਹੁਣ ਮਨੁੱਖਾਂ ਦੇ ਉੱਤੇ ਆਸਾਂ ਲਾ ਕੇ ਬਹਿ ਗਿਆ ਕਿ ਫਲਾਣਾ ਮੇਰਾ ਕਾਰਜ ਸਵਾਰ ਦੇਗਾ, ਫਲਾਣਾ ਬੰਦਾ ਜਿਹੜਾ ਉਹ ਮੇਰਾ ਕਾਰਜ ਪੂਰਾ ਕਰ ਦੇਗਾ। ਹਜ਼ੂਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੁਖਮਣੀ ਸਾਹਿਬ 'ਚ ਕਹਿੰਦੇ ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਕਿ ਤੂੰ ਮਨੁੱਖਾਂ ਦੀ ਟੇਕ ਆਸਰਾ ਜਿਹੜਾ ਇਹਨੂੰ ਵਿਅਰਥ ਸਮਝ, ਇਹ ਤੇਰੇ ਕਿਸੇ ਕੰਮ ਨਹੀਂ। ਦੇਵਨ ਕਹੋ ਇੱਕ ਹੈ ਭਗਵਾਨ, ਉਹ ਸਾਰਿਆਂ ਨੂੰ ਦੇਣ ਵਾਲਾ ਪਰਮੇਸ਼ਰ ਇੱਕ ਹੈ, ਉਹੀ ਸਾਰਿਆਂ ਨੂੰ ਸਭ ਕੁਝ ਦੇ ਰਿਹਾ। ਦੇਵਨ ਕਹੋ ਇੱਕ ਹੈ ਭਗਵਾਨ। ਹਜ਼ੂਰ ਪਾਤਸ਼ਾਹ ਕਹਿੰਦੇ ਉਹਦੀ ਕਿਰਪਾ ਦਾ ਪਾਤਰ ਬਣ। ਭਾਈ ਗੁਰਦਾਸ ਜੀ ਇੱਕ ਬਚਨ ਕਹਿੰਦੇ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਕਿ ਮਨਮੁਖ ਜਿਹੜਾ ਹੈ ਉਹ ਬੰਦਾ ਬੰਦੇ ਦਾ ਚਾਕਰ ਹੋ ਕੇ ਰਹਿੰਦਾ, ਉਹ ਬੰਦੇ ਦਾ ਗੁਲਾਮ ਹੋ ਕੇ ਬੰਦੇ ਦੇ ਉੱਤੇ ਭਰੋਸਾ ਰੱਖ ਕੇ ਤੁਰਦਾ ਹੈ ਵੀ ਫਲਾਣਾ ਇਹ ਕਰ ਦੇਗਾ। ਹਾਂ, ਸੰਸਾਰ ਦੇ ਵਿੱਚ ਕਿਸੇ ਦੀ ਮਦਦ ਲੈਣੀ, ਕਿਸੇ ਨੂੰ ਮਦਦ ਦੇਣੀ ਇਹ ਮਾੜਾ ਨਹੀਂ ਹੈ। ਮਤਾ ਇਹਦਾ ਇਹ ਅਰਥ ਕੱਢ ਲਓ ਵੀ ਇਹਦਾ ਮਤਲਬ ਕਿਸੇ ਤੋਂ ਮਦਦ ਨਹੀਂ ਲੈਣੀ ਚਾਹੀਦੀ। ਹੈਲਪ ਜਿਹੜੀ ਹੈ ਉਹ ਕਰੋ ਇੱਕ ਦੂਜੇ ਦੀ। ਇਨਸਾਨੀਅਤ ਜਿਉਂਦੀ ਇਸ ਤਲ ਦੇ ਉੱਤੇ ਹੈ ਕਿ ਇੱਕ ਦੂਜੇ ਦੀ ਮਦਦ ਕਰੋ। ਇੱਕ ਦੂਜੇ ਤੋਂ ਮਦਦ ਪ੍ਰਾਪਤ ਕਰ ਲੈਣੀ ਕੋਈ ਗੁਨਾਹ ਨਹੀਂ। ਹੁਣ ਡੁੱਬਦਾ ਹੋਇਆ ਬੰਦਾ ਹੈ, ਜੇ ਉਹਨੂੰ ਨਹੀਂ ਤੈਰਨਾ ਆਉਂਦਾ ਤੇ ਇੱਕ ਬੰਦਾ ਛਾਲ ਮਾਰ ਕੇ ਨਦੀ 'ਚ ਉਹਨੂੰ ਕੱਢਣ ਵਾਸਤੇ ਆ ਗਿਆ, ਤੇ ਉਹ ਇਹ ਨਹੀਂ ਕਹਿ ਸਕਦਾ ਕਿ ਨਹੀਂ ਮੈਂ ਤੇ ਸਿਰਫ ਪਰਮੇਸ਼ਰ ਦੇ ਭਰੋਸੇ ਤੇ ਆ, ਤੂੰ ਮੈਨੂੰ ਡੁੱਬਣ ਦੇ। ਐਸਾ ਨਹੀਂ ਹੋਵੇਗਾ। ਮਦਦ ਲੈ ਲੈਣੀ ਅਲੱਗ ਚੀਜ਼ ਹੈ, ਪਰ ਇਹ ਕਹਿਣਾ ਵੀ ਮੈਂ ਬਸ ਆਸ ਹੀ ਤੇਰੇ ਉੱਤੇ ਲਾ ਦਿੱਤੀ, ਮਨੁੱਖ ਦੇ ਉੱਤੇ ਆਸ ਲਾ ਦੇਣੀ, ਕਰਤਾਰ ਨੂੰ ਵਿਸਾਰ ਦੇਣਾ ਕਿ ਨਹੀਂ ਫਲਾਣਾ ਹੀ ਇਹ ਕੰਮ ਕਰ ਸਕਦਾ, ਇਹ ਸਾਡੇ ਮਨ ਦਾ ਭੁਲੇਖਾ ਹੁੰਦਾ। ਉਹ ਨਹੀਂ ਕਰ ਸਕਦਾ। ਉਸ ਤੋਂ ਅਗਾਂਹ ਵੀ ਕੋਈ ਮਹਾਨ ਸੱਤਿਆ ਸ਼ਕਤੀ ਬੈਠੀ ਹੈ ਜਿਹੜੀ ਵੱਡੇ ਵੱਡੇ ਕਾਰਜ ਕਰ ਦਿੰਦੀ। ਸੋ ਭਾਵ ਕਿ ਮਨੁੱਖਾਂ ਦੀ ਮਦਦ ਲੈਣੀ ਮਾੜੀ ਨਹੀਂ, ਪਰ ਜਦੋਂ ਮਨੁੱਖ ਦੇ ਉੱਤੇ ਆਪਾਂ ਆਸ ਲਾ ਕੇ ਬਹਿ ਜਾਂਦੇ ਕਿ ਬਸ ਫਲਾਣਾ ਆਪਣਾ ਕੰਮ ਕਰ ਦੇਗਾ, ਉਹ ਬੰਦੇ ਤੋਂ ਆਹ ਕੰਮ ਕਰਾ ਲਵਾਂਗੇ, ਉਹਦੇ ਤੋਂ ਆ, ਇਹਨੂੰ ਸਾਹਿਬ ਪਾਤਸ਼ਾਹ ਕਹਿੰਦੇ ਉਹ ਜਗਤ ਜੀਵਨ ਮਾਲਕ ਨੂੰ ਤਿਆਗ ਕੇ ਤੇ ਮਨੁੱਖਾਂ ਦੇ ਉੱਤੇ ਆਸਾਂ ਜਿਹੜੀਆਂ ਹਨ ਉਹ ਲਾ ਬੈਠਾ ਹੈ। ਦੂਜੈ ਭਾਇ ਬਿਗੂਚੀਐ, ਗਲ ਭਈ ਜੋ ਸੋ ਜਮ ਕੀ ਫਾਸ। ਹਜ਼ੂਰ ਕਹਿੰਦੇ ਫਿਰ ਦਵੈਤ ਦੇ ਵਿੱਚ ਜੁੜ ਗਿਆ। ਜਦੋਂ ਦਵੈਤ ਦੇ ਨਾਲ ਸੰਬੰਧ ਬਣ ਜਾਏਗਾ ਵਿਗੂਚੀ ਹੈ, ਖਵਾਰੀਆਂ ਭਟਕਣਾ ਜਿਹੜੀਆਂ ਉਹ ਸੁਭਾਵਿਕ ਹੈ। ਇਹ ਨਹੀਂ ਕਹਿ ਸਕਦੇ ਕਿ ਦੁਬਿਧਾ ਦੇ ਵਿੱਚ ਵੀ ਪਈਏ। ਸਾਹਿਬ ਕਹਿੰਦੇ ਦੁਬਿਧਾ ਬੌਰੀ ਮਨ ਬੌਰ ਆਇਆ, ਦੁਬਿਧਾ ਪਊਗੀ ਦਵੈਤ ਵਿੱਚ ਪਵਾਂਗੇ ਤੇ ਖੁਆਰੀਆਂ ਹੋਣੀਆਂ ਹੀ ਹੈ। ਕਿਸੇ ਸ਼ਹਿਰ ਦੇ ਵਿੱਚ ਵੀ ਚਲੇ ਜਾਓ, ਜੇ ਇੱਕ ਗਲੀ ਸਹੀ ਰਸਤਾ ਛੱਡ ਕੇ ਦੂਜੀ ਗਲੀ ਵੜ ਜਾਓ ਤੇ ਕਈ ਵਾਰ ਸਾਰੀਆਂ ਗਲੀਆਂ ਘੁੰਮ ਕੇ ਵੀ ਬੰਦਾ ਆਪਣੀ ਮੰਜ਼ਿਲ ਤੱਕ ਜਿਹੜਾ ਉਹ ਨਹੀਂ ਪਹੁੰਚ ਪਾਉਂਦਾ। ਸੋ ਇਸੇ ਤਰ੍ਹਾਂ ਦਵੈਤ ਹੈ। ਦਵੈਤ ਨੂੰ ਸਾਹਿਬ ਬਾਣੀ ਅੰਦਰ ਇੱਕ ਬਚਨ ਕਹਿੰਦੇ ਨੇ, ਜਦੋਂ ਕੋਈ ਦਵੈਤ ਧਾਰ ਕੇ ਪਰਮੇਸ਼ਰ ਨੂੰ ਤਿਆਗ ਕੇ ਕਿਸੇ ਹੋਰ ਦੀ ਉਪਾਸਨਾ ਕਰਦਾ ਕਿ ਮੈਨੂੰ ਮਾਇਆ ਪ੍ਰਾਪਤ ਹੋ ਜਾਏਗੀ, ਮੈਨੂੰ ਧਨ ਪ੍ਰਾਪਤ ਹੋ ਜਾਏਗਾ, ਮੈਂ ਆਹ ਕਰ ਦੇਵਾਂ ਮੈਨੂੰ ਉਹ ਪ੍ਰਾਪਤ ਹੋ ਜਾਏਗਾ, ਮਾਫ਼ ਕਰਿਓ ਦੂਸਰੇ ਧਰਮ ਅੰਦਰ ਇਹ ਸਭ ਕੁਝ ਚੱਲੇ ਉਹਨਾਂ ਨੂੰ ਮੁਬਾਰਕ ਹੈ, ਕਿਉਂਕਿ ਕਟਾਕਸ਼ ਕਰਨਾ ਸੁਭਾਅ ਨਹੀਂ ਹੈ ਬਹੁਤਾ। ਪਰ ਅੱਜ ਕੱਲ੍ਹ ਸਿੱਖ ਧਰਮ ਦੇ ਅੰਦਰ ਵੀ, ਆਪਣੇ ਘਰ ਦੇ ਅੰਦਰ ਵੀ ਇਹ ਚੀਜ਼ਾਂ ਬਹੁਤ ਆ ਗਈਆਂ ਨੇ। ਇਹਦੀ ਇੱਕ ਛੋਟੀ ਜਿਹੀ ਉਦਾਹਰਣ ਤੁਹਾਨੂੰ ਦੇਵਾਂ। ਕਿਤੇ ਸੋਸ਼ਲ ਮੀਡੀਆ ਤੇ ਐਕਟੀਵਿਟੀ ਤੇ ਸਾਰੇ ਹੀ ਤਕਰੀਬਨ ਕਰਦੇ ਹੋ। ਜੇ ਕਦੇ YouTube ਚਲਾਓ, ਫੇਸਬੁੱਕ ਤੇ ਵੇਖੋ ਤਾਂ ਇੱਕ ਹੀ ਗੱਲ ਸਾਹਮਣੇ ਆਉਂਦੀ ਹੈ, ਖਾਸ ਤੌਰ ਤੇ YouTube ਦੇ ਉੱਤੇ, ਆਹ ਸ਼ਬਦ ਪੜ੍ਹੋ ਤੁਹਾਨੂੰ ਕਦੀ ਦੁੱਖ ਹੀ ਨਹੀਂ ਲੱਗੇਗਾ, ਆਹ ਸ਼ਬਦ ਅੱਜ ਆਹ ਸ਼ਬਦ ਸੁਣੋ ਤੁਹਾਡਾ ਦਿਨ ਬੜਾ ਚੰਗਾ ਹੋਏਗਾ। ਕਿਤੇ ਵੱਡੀਆਂ ਵੱਡੀਆਂ ਫੋਟੋਆਂ ਲਾ ਕੇ ਲਿਖਿਆ ਹੁੰਦਾ ਹੈ, ਆਹ ਸ਼ਬਦ ਸੁਣੋ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ, ਆਹ ਸ਼ਬਦ ਸੁਣੋ ਤੁਹਾਡਾ ਦੁਸ਼ਮਣ ਮਰ ਜਾਏਗਾ, ਆਹ ਸ਼ਬਦ ਸੁਣ ਕੇ ਤੁਹਾਡੇ ਉੱਤੇ ਕੋਈ ਦੁੱਖ ਨਹੀਂ ਪਏਗਾ। ਉਹ ਇੰਝ ਲੱਗਦਾ ਹੁੰਦਾ ਵੀ ਸ਼ਾਇਦ ਕਿਸੇ ਕਥਾ ਨੂੰ ਨਹੀਂ ਖੋਲ੍ਹ ਕੇ ਬੈਠੇ, ਜਿਵੇਂ ਕਿਸੇ ਬਹੁਤ ਵੱਡੇ ਤਾਂਤਰਿਕ ਜੋਤਸ਼ੀ ਦਾ ਪੇਜ ਖੋਲ੍ਹ ਕੇ ਬਹਿ ਗਏ ਆ। ਜਿਵੇਂ ਉਹ ਕਹਿੰਦਾ ਵੀ ਆਹ ਕਰ ਲਓ ਤੁਹਾਨੂੰ ਦੁਸ਼ਮਣਾਂ ਤੋਂ ਛੁਟਕਾਰਾ ਮਿਲ ਜਾਏਗਾ, ਆਹ ਕਰ ਲਓ ਤੁਹਾਡੇ ਨਾਲ ਇਹ ਹੋ ਜਾਏਗਾ। ਉਹ ਕਈ ਵਾਰ ਇੰਝ ਮਹਿਸੂਸ ਹੁੰਦਾ ਵੀ ਅਸੀਂ ਕਿੱਧਰ ਨੂੰ ਤੁਰੇ ਜਾਂਦੇ ਹਾਂ, ਵੀ ਆਹ ਸ਼ਬਦ ਸੁਣੋ ਤੁਹਾਡੇ ਘਰ 'ਚ ਦੁੱਖ ਨਹੀਂ ਰਹਿ ਜਾਏਗਾ, ਆਹ ਸ਼ਬਦ ਸੁਣ ਲਓ ਤੁਹਾਡਾ ਦੁਸ਼ਮਣ ਨਹੀਂ ਰਹਿ ਜਾਏਗਾ, ਆਹ ਸ਼ਬਦ ਸੁਣ ਲਓ ਅੱਜ ਬੜਾ ਫਾਇਦਾ ਹੋਏਗਾ, ਆਹ ਸ਼ਬਦ ਸੁਣ ਕੇ ਘਰੋਂ ਨਿਕਲੋ ਤੁਹਾਡੇ ਕਾਰਜ ਰਾਸ ਹੋ ਜਾਣਗੇ। ਠੀਕ ਹੈ, ਬਾਣੀ ਉੱਤੇ ਕੋਈ ਸ਼ੰਕਾ ਨਹੀਂ, ਪਰ ਇਹ ਕੀ ਗੱਲ ਹੋਈ ਕਿ ਤੁਸੀਂ ਆਹ ਕਰੋ ਤੇ ਆਹ ਹੋ ਜਾਏਗਾ? ਇਹੀ ਤੇ ਉਹ ਕਰਦੇ ਸਨ, ਇਹੀ ਸਾਨੂੰ ਕਰਨ ਲਈ ਸਿਖਾਇਆ ਜਾ ਰਿਹਾ। ਅੱਜ ਥੋੜ੍ਹਾ ਜਿਹਾ ਸੁਚੇਤ ਹੋਈਏ, ਇੰਨੇ ਅਵੇਸਲੇ ਆਲਸੀ ਨਾ ਹੋਈਏ ਸਿੱਖੀ ਦੇ ਪ੍ਰਤੀ। ਸੋ ਹਜ਼ੂਰ ਪਾਤਸ਼ਾਹ ਜੋ ਇੱਥੇ ਸਮਝਾ ਰਹੇ ਹਨ, ਨੇ ਜ਼ਿਕਰ ਕਰ ਰਿਹਾ ਸੀ ਦੋਇਆ ਭਾਏ ਵੇ ਗੁਚੀ ਹੈ। ਦਵੈਤ ਦੇ ਵਿੱਚ ਜਿਹੜਾ ਮਨੁੱਖ ਪੈ ਗਿਆ
ਉਹਨੂੰ ਖਵਾਰੀਆਂ, ਉਹਨੂੰ ਭਟਕਣਾ ਜਿਹੜੀ ਹੈ ਉਹ ਨਿਸ਼ਚਿਤ ਹੈ। ਤਾਂ ਹਜ਼ੂਰ ਪਾਤਸ਼ਾਹ ਕਹਿੰਦੇ ਵਿਗੁਚਨਾ ਫਿਰ ਗੱਲ ਪਈ ਸੋ ਜਮ ਕੀ ਫਾਸ। ਜਿਹਦੇ ਕੋਲ ਇੱਥੇ ਦਵੈਤ ਹੈ, ਦਵੈਤ ਦੇ ਵਿੱਚ ਲੱਗ ਕੇ ਉਹਨੇ ਬੰਦਗੀ ਨਾ ਕੀਤੀ, ਇਬਾਦਤ ਨਾ ਕੀਤੀ, ਪਰਮੇਸ਼ਰ ਦਾ ਨਾਮ ਜਿਹੜਾ ਸੋ ਵਿਸਾਰ ਦਿੱਤਾ। ਜਦੋਂ ਉਹਨੂੰ ਵਿਸਾਰ ਦਿੱਤਾ ਫਿਰ ਗੱਲ ਪਈ ਸੋ ਜਮ ਕੀ ਫਾਸ। ਇਸ ਜਹਾਨੋਂ ਜਦੋਂ ਤੁਰਿਆ ਤੇ ਅੱਗੇ ਜਮਾ ਦੀ ਫਾਹੀ ਜਿਹੜੀ ਸਾਹਿਬ ਪਾਤਸ਼ਾਹ ਕਹਿੰਦੇ ਉਹ ਲੇਖੇ ਜੋਖੇ ਜਿਹੜੇ ਉਹ ਗਲ ਪੈਂਦੀ ਹੈ। ਜਿਹਾ ਬੀਜੈ ਸੋ ਲੂਣੈ ਮੱਥੈ ਜੋ ਲਿਖਿਆਸ। ਤੇ ਜਿਸ ਤਰ੍ਹਾਂ ਦਾ ਬੀਜ ਜਿਹੜਾ ਹੈ ਉਹ ਜੀਵਨ ਦੇ ਅੰਦਰ ਬੀਜਿਆ ਸੋ ਲੂਣਾ ਉਹੀ ਵੱਢਾਂਗੇ, ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਸੋ ਹਜ਼ੂਰ ਪਾਤਸ਼ਾਹ ਕਹਿੰਦੇ ਜਿਹਾ ਬੀਜੈ ਕਿ ਜਿਸ ਤਰ੍ਹਾਂ ਦਾ ਇਸ ਸੰਸਾਰ ਦੇ ਉੱਤੇ ਬੀਜਿਆ ਹੈ ਸੋ ਲੂਣਾ ਉਹ ਵੱਢਣਾ ਪੈਣਾ ਹੈ। ਜਦੋਂ ਇਤਿਹਾਸ ਦੀ ਦਾਸਤਾਨ ਵੇਖੀਏ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਕੱਲ੍ਹ ਸ਼ਹੀਦੀ ਦਿਹਾੜਾ ਸੀ। ਜਦੋਂ ਅਸੀਂ ਦੇਖਦੇ ਹਾਂ ਕਿ ਚੰਦੂ ਨੇ ਜੋ ਬੀਜਿਆ ਉਹਨੂੰ ਵੱਢਣਾ ਪਿਆ। ਜੋ ਚੰਦੂ ਨੇ ਬੀਜਿਆ, ਘਰ ਘਰ ਦੇ ਵਿੱਚੋਂ ਟੁੱਕ ਮੰਗਾ ਕੇ ਹਰ ਸਿੱਖ ਤੋਂ ਉਹਦੇ ਸਿਰ ਵਿੱਚ ਜੁੱਤੀਆਂ ਮਰਵਾ ਕੇ ਇਹ ਨੱਕ 'ਚ ਨਕੇਲ ਪਾ ਕੇ ਉਹਨੂੰ ਘੜੀਸਿਆ ਗਿਆ, ਇੱਕ ਇੱਕ ਗਲੀ ਦੇ ਵਿੱਚ ਉਹਨੂੰ ਫੇਰਿਆ ਗਿਆ। ਜੋ ਉਹਨੇ ਕੀਤਾ ਉਹਨੂੰ ਜਿਸ ਤਰ੍ਹਾਂ ਦਾ ਉਹਨੇ ਬੀਜਿਆ ਸੀ ਉਹਨੂੰ ਵੱਢਣਾ ਪਿਆ। ਜੇ ਅਸੀਂ ਗੱਲ ਕਰੀਏ ਬਾਬਾ ਪ੍ਰਿਥੀ ਚੰਦ ਦੀ, ਉਹਨੂੰ ਵੀ ਜਿਸ ਤਰ੍ਹਾਂ ਦਾ ਬੀਜਿਆ ਵੱਢਣਾ ਪਿਆ। ਜਿਹਦੀ ਕਦੀ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਦੇਖੀਏ ਤਾਂ ਜਿਸ ਵਕਤ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਖਡੂਰ ਸਾਹਿਬ ਵਿੱਚ ਬੈਠੇ ਹੋਏ ਤਪੇ ਨੇ, ਖਡੂਰ ਦੇ ਉਹਨਾਂ ਜ਼ਿਮੀਂਦਾਰਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਜੇ ਇਹਨਾਂ ਨੂੰ ਨਗਰ 'ਚੋਂ ਬਾਹਰ ਕੱਢ ਦਿਓ ਤੇ ਮੀਂਹ ਪੈ ਜਾਏਗਾ। ਉਹਨੇ ਜਿਸ ਤਰ੍ਹਾਂ ਦਾ ਬੀਜਿਆ, ਗੁਰੂ ਅਮਰਦਾਸ ਮਹਾਰਾਜ ਭਾਵੇਂ ਗੁਰੂ ਰੂਪ ਵਿੱਚ ਉਸ ਵਕਤ ਨਹੀਂ ਸਨ, ਪਰ ਹਜੂਰ ਦਾ ਨਿਰਾਦਰ ਦੇਖ ਕੇ ਸ਼ਬਦ ਕਿਹਾ ਜਿਹੜਾ ਇਸ ਤਪੇ ਨੂੰ ਘੜੀਸੇਗਾ ਉਹਦੇ ਖੇਤਾਂ 'ਚ ਮੀਂਹ ਜ਼ਰੂਰ ਪਏਗਾ। ਭਾਵ ਉਸ ਤਪੇ ਨੇ ਜੋ ਬੀਜਿਆ ਉਹਨੂੰ ਤਤਕਾਲ ਉਹਦਾ ਫਲ ਜਿਹੜਾ ਪ੍ਰਾਪਤ ਹੋਇਆ ਉਹਨੂੰ ਉਹ ਵੱਢਣਾ ਪਿਆ। ਜਦੋਂ ਅਸੀਂ ਸੂਬਾ ਸਰਹੰਦ ਨੂੰ ਦੇਖਦੇ ਹਾਂ, ਸੂਬਾ ਸਰਹੰਦ ਵਜ਼ੀਰ ਖਾਨ ਨੇ ਜੋ ਬੀਜਿਆ ਉਹਨੇ ਵੱਢਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕਰਕੇ ਉਹਨੂੰ ਉਹਦੀਆਂ ਬਣਦੀਆਂ ਸਜ਼ਾਵਾਂ ਜਿਹੜੀਆਂ ਉਹ ਜ਼ਰੂਰ ਦਿੱਤੀਆਂ ਹਨ। ਸੋ ਇਸ ਤਰ੍ਹਾਂ ਬੜੀਆਂ ਦਾਸਤਾਂ ਨੇ ਜਿਨ੍ਹਾਂ ਨੇ ਜੋ ਕੀਤਾ ਹੈ ਉਹਨਾਂ ਨੇ ਉਹਦਾ ਫਲ ਜਿਹੜਾ ਪ੍ਰਾਪਤ ਕੀਤਾ ਹੈ। ਆਪਾਂ ਵੀ ਜ਼ਿੰਦਗੀ ਦੇ ਵਿੱਚ ਜੋ ਕੀਤਾ ਹੈ ਉਹਦੇ ਫਲ ਭੋਗਦੇ ਹਾਂ। ਬਸ ਫਰਕ ਇੰਨਾ ਕੁ ਹੈ ਕਿ ਅਸੀਂ ਜੋ ਭੋਗ ਰਹੇ ਹਾਂ ਅਸੀਂ ਉਹਨੂੰ ਮੰਨਣ ਵਾਸਤੇ ਨਹੀਂ ਤਿਆਰ। ਕੀਤਾ ਅਸੀਂ ਜ਼ਰੂਰ ਹੁੰਦਾ, ਬਸ ਅਸੀਂ ਇੱਕ ਮੰਨਣ ਵਾਸਤੇ ਨਹੀਂ ਤਿਆਰ ਹੁੰਦੇ। ਤਾਂ ਕਰਕੇ ਸਾਨੂੰ ਦੁੱਖ, ਜ਼ਿਆਦਾ ਦੁੱਖ ਪ੍ਰਤੀਤ ਹੁੰਦਾ ਹੈ ਕਿ ਮੈਂ ਇਸ ਚੀਜ਼ ਨੂੰ ਮੰਗਿਆ ਨਹੀਂ ਸੀ, ਇਹ ਮੈਨੂੰ ਮਿਲ ਗਈ। ਜਦੋਂ ਜਿਹੜੀ ਚੀਜ਼ ਮੰਗੋ ਨਾ ਉਹ ਮਿਲ ਜਾਏ ਉਹਦਾ ਜ਼ਿਆਦਾ ਦੁੱਖ ਲੱਗਦਾ ਹੈ। ਪਰ ਇਹ ਜਿਹੜੇ ਕਰਮਾਂ ਦੀ ਖੇਡ ਵਾਲੀ ਗੱਲ ਹੈ ਨਾ, ਇਹ ਅਸੀਂ ਮੰਗਿਆ ਭਾਵੇਂ ਨਹੀਂ ਸੀ ਪਰ ਹੈ ਸਾਡੀ ਇਮਾਨਤ ਸੀਗੀ। ਭਾਵ ਇਹ ਹੈ ਕਿ ਜੋ ਮੈਂ ਕੀਤਾ ਸੀ ਇਹ ਫਲ ਹੁਣ ਮੈਨੂੰ ਪ੍ਰਾਪਤ ਹੋਣਾ ਹੈ। ਜਿਹਨੂੰ ਬਾਣੀ ਅੰਦਰ ਇੱਕ ਬਚਨ ਆਉਂਦਾ, ਅਜੈ ਸੋ ਰੋਵੈ ਭੀਖਿਆ ਖਾਏ। ਰਾਜਾ ਅਜੈ ਦਾ ਕਦੇ ਜੀਵਨ ਪੜ੍ਹੀਏ ਤਾਂ ਛੋਟੀ ਜਿਹੀ ਉਹਦੀ ਦਾਸਤਾਨ ਹੈ ਕਿ ਬਹੁਤ ਵੱਡਾ ਦਾਨੀ ਹੈ, ਰੋਜ਼ ਲੋਕਾਂ ਨੂੰ ਦਾਨ ਕਰਦਾ ਹੈ, ਬੜਾ ਭੋਜਨ ਪਦਾਰਥ ਵੰਡਦਾ ਹੈ। ਅੱਜ ਸਾਰਾ ਕੁਝ ਦਾਨ ਕਰਕੇ ਜੋ ਵੀ ਦਾ ਸੁਭਾਅ ਸੀ ਵੀ ਇਹਨੇ 1 ਘੰਟਾ ਜਾਂ ਜਿੰਨਾ ਸਮਾਂ ਸਵੇਰੇ ਦਾਨ ਕਰਨਾ ਟਾਈਮਿੰਗ ਸੀ ਇਹਦੀ, ਉਹ ਟਾਈਮ ਪੂਰਾ ਹੋ ਗਿਆ। ਇਹ ਦਾਨ ਕਰਨ ਤੋਂ ਬਾਅਦ ਸਿੱਧਾ ਆਪਣੇ ਤਬੇਲੇ ਵਿੱਚ ਜਾਂਦਾ ਸੀ। ਤਬੇਲੇ ਵਿੱਚ ਚਲਾ ਗਿਆ, ਇੱਧਰੋਂ ਇੱਕ ਰਿਖੀ ਆਇਆ, ਉਹਨੂੰ ਪਤਾ ਲੱਗਾ ਉਹਨੂੰ ਲੋੜ ਸੀ ਕਿ ਕਿਸੇ ਚੀਜ਼ ਦੀ, ਉਹ ਸਿੱਧਾ ਤਬੇਲੇ ਵਿੱਚ ਆ ਗਿਆ। ਕਹਿੰਦਾ ਵੀ ਰਾਜਾ ਅਜੈ ਮੈਨੂੰ ਆਹ ਚੀਜ਼ ਜਿਹੜੀ ਹੈ ਕੋਈ ਭੋਜਨ ਜਿਹੜਾ ਉਹ ਚਾਹੀਦਾ। ਤਾਂ ਹੁਣ ਕਈਆਂ ਨੇ ਜ਼ਿੰਦਗੀ ਦਾ ਜਿਵੇਂ ਕਹਿ ਲਓ ਵੀ ਆਪਣਾ ਸਮਾਂ ਪੱਕਾ ਕੀਤਾ ਹੁੰਦਾ ਵੀ ਮੈਂ ਆਹ ਕੰਮ ਇਸ ਸਮੇਂ 'ਤੇ ਹੀ ਕਰਨਾ। ਚਲੋ ਚੰਗੀ ਗੱਲ ਹੈ, ਕੋਈ ਸ਼ਡਿਊਲ ਰਹਿਣਾ ਚਾਹੀਦਾ, ਪਰ ਲੋੜਵੰਦ ਦੀ ਲੋੜ ਪੂਰੀ ਕਰ ਦੇਣੀ ਵੀ ਸਮੇਂ ਨੂੰ ਖੁੰਝਾ ਦਿਓ ਜਾਂ ਸਮੇਂ ਨੂੰ ਵੱਖ ਕਰ ਦਿਓ ਜਾਂ ਸਮੇਂ ਨੂੰ ਵੱਧ ਘੱਟ ਕਰ ਲਓ, ਮਾੜੀ ਗੱਲ ਨਹੀਂ ਹੈ। ਕਹਿੰਦਾ ਨਹੀਂ, ਮੈਂ ਜਿਸ ਵਕਤ ਦਾਨ ਕਰਨਾ ਹੁੰਦਾ ਉਹ ਸਮਾਂ ਖਤਮ ਹੋ ਗਿਆ, ਹੁਣ ਮੈਂ ਕੁਛ ਨਹੀਂ ਦੇ ਸਕਦਾ। ਮੈਂ ਆਪਣਾ ਸੁਭਾਅ ਹੈ ਮੇਰਾ, ਮੈਂ ਆਪਣੇ ਜੀਵਨ ਦਾ ਨਿਯਮ ਬਣਾਇਆ ਹੋਇਆ। ਉਹ ਰਿਖੀ ਵਾਰ-ਵਾਰ ਕਹਿ ਰਿਹਾ ਕਿ ਨਹੀਂ ਰਾਜਾ, ਮੈਂ ਲੋੜਵੰਦ ਹਾਂ, ਮੈਨੂੰ ਭੁੱਖ ਵੀ ਲੱਗੀ, ਕੁਛ ਲੋੜਾਂ ਵੀ ਨੇ, ਤੂੰ ਮੈਨੂੰ ਕੁਛ ਦੇ ਦੇ। ਕਹਿੰਦਾ ਨਹੀਂ, ਤੈਨੂੰ ਕਹਿ ਦਿੱਤਾ, ਸਮਾਂ ਪੂਰਾ ਹੋ ਗਿਆ। ਜਦੋਂ ਉਹਨੇ 2-4 ਵਾਰ ਕਿਹਾ, ਖਿੱਚ ਕੇ ਰਾਜਾ ਅਜੈ ਇਹਨੇ ਘੋੜੇ ਦੀ ਲਿੱਦ ਜਿਹੜੀ ਸੀ ਉਹ ਚੁੱਕ ਕੇ ਉਹਦੀ ਝੋਲੀ 'ਚ ਪਾਤੀ। ਕਹਿੰਦਾ ਇਸ ਵਕਤ ਮੇਰੇ ਕੋਲ ਆਈ ਆ, ਆਹੀ ਲੈ ਜਾ। ਫਿਰ ਉਹ ਅੱਗੋਂ ਫਕੀਰ ਰਿਖੀ ਜਿਹੜਾ ਸੀ ਉਹ ਵੀ ਜਿਵੇਂ ਕਹਿ ਲਓ ਕਮਾਈ ਵਾਲਾ, ਉਹਨੇ ਕਿਹਾ ਠੀਕ ਹੈ ਤੇਰਾ ਦਾਨ ਵਧੇ ਫੁੱਲੇ, ਕਿਉਂਕਿ ਉਹਨੇ ਕੋਈ ਉਲਾਮਾ ਨਹੀਂ ਦਿੱਤਾ। ਜਿਹੜਾ ਸਹੀ ਸਾਧੂ ਰਿਖੀ ਪੈਗੰਬਰ ਹੁੰਦਾ ਹੈ ਨਾ, ਕੋਈ ਵੀ ਸੰਤ ਹੈ ਉਹਨੂੰ ਜੋ ਦੇ ਦਿਓ, ਅਸਲ ਭਿਖਾਰੀ ਵੀ ਜਿਹੜਾ ਹੁੰਦਾ ਨਾ ਉਹਨੂੰ ਵੀ ਜੋ ਦੇ ਦਿਓ ਉਹ ਲੈ ਕੇ ਅਸੀਸ ਦੇ ਕੇ ਤੁਰ ਪੈਂਦਾ। ਜਿਹੜਾ ਡੁਪਲੀਕੇਟ ਹੋਏਗਾ 100 ਲਾਮੇ ਦੇਏਗਾ।
ਅਸਲ ਮੰਗਤਾ ਵੀ ਜਿਹੜਾ ਹੋਏਗਾ ਨਾ, ਉਹ ਵੀ ਭਾਵੇਂ ਉਹਨੂੰ ਥੇਲੀ ਦੇ ਦਿਓ, ਥੇਲੀ ਲੈ ਕੇ ਤੁਰ ਪਏਗਾ, ਸ਼ੰਕਾ ਲਾਮਾ ਨਹੀਂ ਕਰਦਾ ਕਦੀ। ਇਸੇ ਤਰ੍ਹਾਂ ਅਸਲ ਸਾਧੂ ਫਕੀਰ ਹੁੰਦਾ, ਜੋ ਭੇਟਾ ਰੱਖ ਦੋ ਉਹਨੂੰ ਪ੍ਰਵਾਨ ਕਰ ਲੈਂਦਾ, ਇਹ ਨਹੀਂ ਕਹਿੰਦਾ ਤੂੰ ਆਹ ਕਿਉਂ ਨਹੀਂ ਲੈ ਕੇ ਆਇਆ। ਸੋ ਖੈਰ ਉਹ ਕਹਿੰਦਾ ਵੀ ਵਧੇ ਫੁੱਲੇ ਤੇਰਾ ਦਾਨ, ਅਜੈ ਸੋ ਰੋਵੈ ਭਿਖਿਆ ਖਾਏ। ਉਹ ਸਾਧੂ ਉਹ ਜਿਹੜੀ ਲੇਦੋ ਨੇ ਦਿੱਤੀ ਸੀ ਅਜੈ ਨੇ, ਉਹ ਲੈ ਗਿਆ ਜਾ ਕੇ, ਉਹਨੇ ਜਿਹੜੀ ਉਹਦੀ ਝੌਂਪੜੀ ਛੰਨ ਸੀ ਉਹਦੇ ਬਾਹਰ ਆਪਣੀ ਕੁਟੀਆ ਦੇ ਬਾਹਰ ਉਹ ਰੱਖ ਦਿੱਤੀ। ਸੋ ਸਾਧੂ ਦਾ ਵਚਨ ਜਿਹੜਾ ਇੱਕ ਸਾਧ ਵਚਨ ਟਲਾਦਾ, ਇਹ ਕਹਾਣੀ ਜਿਹੜੀ ਸਨਾਤਨ ਧਰਮ ਦੇ ਗ੍ਰੰਥਾਂ 'ਚ ਮਿਲਦੀ ਹੈ। ਉਹ ਲਿਦ ਜਿਹੜੀ ਸੀ ਵਧਣ ਫੁੱਲਣ ਲੱਗ ਪਈ। ਕਾਫੀ ਸਮੇਂ ਬਾਅਦ ਰਾਜਾ ਅਜੈ ਉਧਰ ਦੀ ਲੰਘਦਾ ਕਿਤੇ, ਤੇ ਇੰਨਾ ਵੱਡਾ ਢੇਰ ਲੱਗਾ ਵੇਖ ਕੇ ਆਪਣੇ ਮੰਤਰੀਆਂ ਵਜ਼ੀਰਾਂ ਨੂੰ ਪੁੱਛਦਾ ਵੀ ਕੁਟੀਆ 'ਚ ਤਾਂ ਇੱਕ ਸਾਧੂ ਰਹਿੰਦਾ, ਨਾ ਇੱਥੇ ਕੋਈ ਘੋੜਾ ਦਿਸਦਾ, ਨਾ ਇੱਥੇ ਕੋਈ ਵੱਡਾ ਤਬੇਲਾ ਦਿਸਦਾ, ਨਾ ਇੱਥੇ ਕੋਈ ਬਹੁਤੀ ਵਸੋਂ ਦਿਸਦੀ ਹੈ, ਤੇ ਇੰਨੀ ਘੋੜਿਆਂ ਦੀ ਲਿੱਦ ਕਿੱਥੋਂ ਆ ਗਈ? ਵੀ ਕੋਈ ਜਾਨਵਰ ਘੋੜਾ ਹੋਵੇ ਇੱਥੇ, ਕੋਈ ਤਬੇਲਾ ਹੋਵੇ ਤੇ ਮੰਨਣ ਵਾਲੀ ਗੱਲ ਹੈ। ਹੁਣ ਜਿੱਥੇ ਪਸ਼ੂ ਹੀ ਨਹੀਂ ਉੱਥੇ ਰੂੜੀ ਕਿੱਥੋਂ ਆ ਜਾਏਗੀ? ਸੋ ਇਸ ਤਰ੍ਹਾਂ ਮਨ ਦੇ ਵਿੱਚ ਸ਼ੰਕਾ ਆਇਆ। ਜਾ ਕੇ ਵਜ਼ੀਰ ਨੂੰ ਕਿਹਾ ਵੀ ਪੁੱਛ ਕੇ ਆ ਸਾਧੂ ਨੂੰ, ਇੰਨੀ ਲਿੱਦ ਕਿੱਥੋਂ ਆ ਗਈ ਇਹਦੇ ਕੋਲ? ਉਹ ਜਦੋਂ ਗਿਆ ਤੇ ਉਹਨੇ ਪੁੱਛਿਆ ਤੇ ਅੱਗੋਂ ਫਕੀਰ ਰਿਖੀ ਕਹਿੰਦਾ ਵੀ ਇਹ ਵਾਕਈ ਮੇਰੇ ਕੋਲ ਘੋੜਾ ਕੋਈ ਨਹੀਂ ਹੈ, ਇੱਥੇ ਤਬੇਲਾ ਕੋਈ ਨਹੀਂ ਹੈ, ਪਰ ਇਹ ਅਜੈ ਰਾਜੇ ਦੀ ਖੁਰਾਕ ਹੈ, ਇਹ ਉਹਨੇ ਦਿੱਤੀ ਹੋਈ ਹੈ। ਉਹਨੇ ਆ ਕੇ ਦੱਸਿਆ। ਰਾਜਾ ਬੜਾ ਹੈਰਾਨ ਹੋਇਆ, ਵਾਪਸ ਆਪ ਗਿਆ ਰਿਖੀ ਦੇ ਕੋਲ, ਕਹਿੰਦਾ ਵੀ ਇਹ ਕੀ ਮਾਜਰਾ ਹੈ, ਕੀ ਸਾਰੀ ਗੱਲਬਾਤ ਹੈ। ਉਸ ਰਿਖੀ ਨੇ ਸਮਝਾਇਆ ਕਿ ਤੈਨੂੰ ਯਾਦ ਹੋਏਗਾ ਕੁਝ ਮਹੀਨੇ ਪਹਿਲਾਂ ਮੈਂ ਤੇਰੇ ਕੋਲ ਗਿਆ, ਕੁਝ ਦਾਨ ਮੰਗਿਆ, ਤੂੰ ਮੇਰੀ ਝੋਲੀ 'ਚ ਲਿੱਦ ਪਾ ਦਿੱਤੀ, ਮੈਂ ਲਿਆ ਕੇ ਬਾਹਰ ਰੱਖ ਦਿੱਤੀ। ਹੁਣ ਦਾਨ ਤਾਂ ਵਧਣਾ ਫੁੱਲਣਾ ਹੀ ਹੈ ਨਾ, ਇਹਨੇ ਆਪਣਾ ਸੁਭਾਅ ਥੋੜ੍ਹੀ ਤਿਆਗਣਾ। ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ 'ਚ ਵੀ ਦਾਸਤਾਂ ਆਉਂਦੀ ਹੈ ਕਿ ਜਦੋਂ ਸਤਿਗੁਰਾਂ ਦਾ ਪਿਆਰਾ ਸਿੱਖ ਜਿਹੜਾ ਸੀ ਉਹ ਦਸਵੰਧ ਇਕੱਠਾ ਕਰਦਾ ਸੀ ਸੰਗਤਾਂ ਤੋਂ, ਤਾਂ ਇੱਕ ਮਾਈ ਨੇ ਵੀ ਖਿੱਚ ਕੇ ਕੂੜਾ ਉਹਦੀ ਝੋਲੀ 'ਚ ਪਾ ਦਿੱਤਾ ਸੀ, ਤੇ ਉਸ ਸਿੱਖ ਨੇ ਲਿਆ ਕਰਕੇ ਸਾਰਾ ਕੁਝ ਜਿਹੜਾ ਉਹ ਕੂੜੇ 'ਚ ਬੇਰੀ ਦੀ ਗਿਟਕ ਸੀ ਉਹ ਲਿਆ ਕੇ ਬੀਜ ਦਿੱਤੀ, ਤੇ ਉਹ ਵੀ ਦਾਨ ਜਿਹੜਾ ਸੀ ਮਾਈ ਦਾ ਵਧਿਆ ਫੁੱਲਿਆ। ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਇੱਧਰ ਆਏ ਸਨ, ਤੇ ਜਦੋਂ ਚਾਚਾ ਫੱਗੂ ਦੇ ਕੋਲ ਉੱਥੋਂ ਦੀ ਦਾਸਤਾਂ ਘਟਨਾ, ਉੱਥੇ ਫਿਰ ਸਾਹਿਬ ਨੇ ਕਿਹਾ ਬਾਕੀ ਤੇ ਸਾਰਾ ਕੁਝ ਦੇ ਦਿੱਤਾ, ਇੱਕ ਭੇਟਾ ਰਹਿ ਗਈ। ਉਹ ਕਹਿੰਦਾ ਮਹਾਰਾਜ ਕਿਹੜੀ? ਸਾਹਿਬ ਪਾਤਸ਼ਾਹ ਕਹਿੰਦੇ ਉਹ ਜਿਹੜਾ ਬੇਰੀ ਦਾ ਰੁੱਖ ਖੜਾ ਹੈ, ਇਹਦੀ ਛਾਂ ਮਾਨਾਂਗੇ ਤੇ ਵੇਰ ਖਾਵਾਂਗੇ। ਕਿਉਂ? ਸਾਰੀ ਦਾਸਤਾਂ ਫਿਰ ਸਿੱਖ ਨੇ ਵੀ ਸੁਣਾਈ, ਗੁਰੂ ਸਾਹਿਬ ਨੇ ਵੀ ਦੱਸੀ ਕਿ ਜੋ ਵੀ ਦਿੱਤਾ ਜਾਂਦਾ ਹੈ ਉਹ ਵੱਧਦਾ ਹੈ। ਸੋ ਮੈਂ ਗੱਲ ਕਰ ਰਿਹਾ ਰਾਜਾ ਅਜੈ ਦੀ। ਉਹ ਰਿਖੀ ਕਹਿਣ ਲੱਗਾ ਵੀ ਤੂੰ ਜੋ ਦਿੱਤਾ ਹੈ ਇਹ ਵਧਿਆ ਫੁੱਲਿਆ, ਹੁਣ ਤੈਨੂੰ ਇਹ ਭੋਗਣਾ ਪੈਣਾ ਹੈ, ਤੈਨੂੰ ਖਾਣਾ ਪੈਣਾ, ਕਿਉਂਕਿ ਤੇਰੇ ਕਰਮਾਂ ਦਾ ਫਲ ਹੈ। ਸੋ ਖੈਰ ਉਹ ਫਿਰ ਪੁੱਛਦਾ ਵੀ ਇਹਦਾ ਹੁਣ ਹੱਲ ਕੀ ਹੈ? ਉਹ ਕਹਿੰਦਾ ਹੱਲ ਇਹੀ ਹੈ ਵੀ ਤੂੰ ਲੋਕਾਂ ਤੋਂ ਨਿੰਦਿਆ ਕਰਾ, ਜਿੰਨੀ ਤੇਰੀ ਨਿੰਦਿਆ ਹੋਏਗੀ ਉਹਨਾਂ ਇਹ ਤੇਰਾ ਦੋਸ਼ ਜਿਹੜਾ ਉਹ ਲੋਕ ਲੈ ਲੈਣਗੇ, ਇਹ ਫਲ ਜਿਹੜਾ ਉਹ ਖਾ ਲੈਣਗੇ। ਉਹਨੇ ਰੱਜ ਕੇ ਆਪਣੀ ਨਿੰਦਾ ਕਰਾਈ ਦੁਨੀਆ ਦੇ ਵਿੱਚ, ਕਈ ਤਰ੍ਹਾਂ ਦੇ ਉਲ ਜਲੂਲ ਕੰਮ ਉਹਨੇ ਜਾਣਬੁੱਝ ਕੇ ਕੀਤੇ ਤਾਂ ਕਿ ਲੋਕ ਕਹਿਣ ਰਾਜਾ ਅਜੈ ਬੜਾ ਮਾੜਾ। ਸੋ ਨਿੰਦਿਆ ਕਰਦਿਆਂ ਕਰਦਿਆਂ ਉਹ ਸਾਰੀ ਢੇਰੀ ਜਿਹੜੀ ਸੀ ਉਹ ਖਤਮ ਹੁੰਦੀ। ਫਿਰ ਇੱਕ ਦਿਨ ਆਉਂਦਾ ਥੋੜ੍ਹੀ ਨਾ ਮਾਤਰ ਜੀ ਬਚੀ, ਤੇ ਉਹ ਰਿਖੀ ਕਹਿੰਦਾ ਵੀ ਰਾਜਾ ਇਹ ਹੁਣ ਤੈਨੂੰ ਹੀ ਖਾਣੀ ਪੈਣੀ। ਫਿਰ ਇਤਿਹਾਸ ਲਿਖਦਾ ਉਹਨਾਂ ਦਾ, ਜੋ ਵੀ ਉੱਥੋਂ ਦੀਆਂ ਦਾਸਤਾਂ ਗਾਥਾਂ ਉਹਨਾਂ ਦੇ ਗ੍ਰੰਥਾਂ 'ਚ ਪੜ੍ਹੀ ਦੀਆਂ, ਵੀ ਉਹਨੇ ਫਿਰ ਥੋੜ੍ਹੀ ਥੋੜ੍ਹੀ ਜਿਹੜੀ ਭੋਜਨ ਦੇ ਵਿੱਚ ਪਾ ਕੇ ਖਾਧੀ, ਤਾਂ ਕਿਤੇ ਜਾ ਕੇ ਉਹਦਾ ਛੁਟਕਾਰਾ ਹੋਇਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਿਰ ਕਹਿੰਦੇ ਅਜੈ ਸੋ ਰੋਵੈ ਭਿਖਿਆ ਖਾਏ, ਕਿ ਰਾਜਾ ਅਜੈ ਨੂੰ ਵੀ ਆਪਣੀ ਦਿੱਤੀ ਹੋਈ ਭਿਖਿਆ ਜਿਹੜੀ ਸੀ, ਦਾਨ ਜਿਹੜਾ ਸੀ, ਉਹਨੂੰ ਖਾਣਾ ਪਿਆ, ਕਿਉਂਕਿ ਉਹਦਾ ਦਿੱਤਾ ਹੋਇਆ ਕੀਤਾ ਹੋਇਆ ਕਰਮ ਜਿਹੜਾ ਉਹ ਵਧਿਆ ਫੁੱਲਿਆ, ਉਹਨੂੰ ਭੋਗਣਾ ਪਿਆ ਆਖਰ ਜਾ ਕੇ। ਸੋ ਇਸੇ ਤਰ੍ਹਾਂ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਨੇ ਜੇਹਾ ਬੀਜੈ ਸੋ ਲੁਣੈ, ਮੱਥੇ ਜੋ ਲਿਖਿਆਸ, ਮਸਤਕ ਦੇ ਉੱਤੇ ਜੋ ਲਿਖਿਆ ਜਾਂਦਾ ਕਰਮਾਂ ਕਰਕੇ ਉਹ ਫਿਰ ਉਹਦੇ ਮੁਤਾਬਕ ਸਾਰਾ ਕੁਝ ਭੋਗਣਾ ਪੈਂਦਾ ਹੈ। ਰੈਣ ਬਿਹਾਣੀ ਪਛਤਾਣੀ, ਉਠ ਚੱਲੀ ਗਈ ਨਿਰਾਸ। ਜ਼ਿੰਦਗੀ ਦੀ ਇਹ ਰਾਤ ਜਿਹੜੀ ਹੈ ਇਹ ਬਤੀਤ ਹੋ ਗਈ। ਇੱਕ ਤਾਂ ਰਾਤ ਹੈ ਜਿਹੜੀ ਰਾਤੀ ਲੰਘੀ ਹੈ, ਇੱਕ ਰਾਤ ਆ ਜੀਵਨ ਰੂਪੀ ਰਾਤ ਹੈ ਜਿਸ ਦਿਨ ਮੌਤ ਦਾ ਸੂਰਜ ਆ ਕੇ ਚੜ੍ਹਦਾ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਰੈਣ ਵਿਹਾਣੀ ਪਛੋਤਾਨੀ, ਇਹ ਰਾਤ ਜਿਹੜੀ ਹੈ ਭੋਗ ਪਦਾਰਥਾਂ ਦੇ ਵਿੱਚ ਹੀ ਨਿਕਲ ਗਈ। ਹੁਣ ਮੌਤ ਰੂਪੀ ਸੂਰਜ ਆ ਚੜ੍ਹਿਆ, ਹੁਣ ਪਛੋਤਾਨੀ, ਹੁਣ ਪਛਤਾਵਾ ਹੈ। ਇਸ ਰਾਤ ਦੇ ਵਿੱਚ ਇਹ ਨਹੀਂ ਹੁੰਦਾ ਕਿ ਰਾਤ ਕੇਵਲ ਵਿਸ਼ੇ ਭੋਗਣ ਵਾਸਤੇ, ਰਾਤ ਜਿਹੜੀ ਹੈ ਉਹ ਸਾਈਂ ਦੀ ਇਬਾਦਤ ਕਰਨ ਵਾਸਤੇ ਵੀ ਹੈ। ਰਾਤ ਜਿਹੜੀ ਹੈ ਉਹ ਅਖੀਰਲਾ ਰਾਤ ਦਾ ਪਹਿਰ ਅੰਮ੍ਰਿਤ ਵੇਲਾ ਹੈ, ਉਦੋਂ ਵੀ ਹਨੇਰਾ, ਦੁਨੀਆ ਉਹਨੂੰ ਵੀ ਰਾਤ ਕਹਿੰਦੀ, ਪਰ ਉਹ ਬੰਦਗੀ ਵਾਲਿਆਂ ਦਾ, ਇਬਾਦਤ ਵਾਲਿਆਂ ਦਾ ਸਮਾਂ ਹੈ ਜਿਹੜਾ ਉਹਨੂੰ ਨਹੀਂ ਸੰਭਾਲਦਾ। ਫਿਰ ਜਦੋਂ ਸੂਰਜ ਚੜ੍ਹ ਜਾਂਦਾ ਫਿਰ ਕਹਿੰਦਾ ਉਹ ਅੰਮ੍ਰਿਤ ਵੇਲੇ ਤੇ ਲੰਘ ਹੀ ਗਿਆ, ਹੁਣ ਤਾਂ ਉਹ ਸਮਾਂ ਖਤਮ ਹੋ ਗਿਆ, ਮੈਂ ਤੇ ਆਹ ਕਰਨਾ ਸੀ, ਮੈਂ ਤੇ ਉਹ ਕਰਨਾ ਸੀ। ਸੋ ਇਸੇ ਤਰ੍ਹਾਂ ਇਹ ਜ਼ਿੰਦਗੀ ਹੈ। ਇੱਕ ਉਦਾਹਰਣ ਵੀ ਵਿਦਵਾਨ ਦਿੰਦੇ ਨੇ ਕਿ ਜਿਸ ਤਰ੍ਹਾਂ ਇੱਕ ਰਾਣੀ ਹੈ,
ਉਹ ਰਾਤ ਦਾ ਸਮਾਂ ਸੀ। ਇੱਕ ਆਮ ਸਮਾਜਿਕ ਉਦਾਹਰਨ ਭਾਵ ਇੱਕ ਇਸਤਰੀ ਪਤੀ ਦੇ ਜੀਵਨ ਦੇ ਸੰਬੰਧ ਦੀ ਇੱਕ ਉਦਾਹਰਨ ਹੈ ਕਿ ਰਾਣੀ ਰਾਤ ਨੂੰ ਗੋਲੀਆਂ ਨਾਲ ਗੱਲਾਂ ਕਰਨ ਲੱਗ ਪਈ। ਜਦੋਂ ਗੱਲਾਂ ਬਾਤਾਂ ਸ਼ੁਰੂ ਕਰ ਦਿੱਤੀਆਂ ਤੇ ਗੱਲ ਜਿਹੜੀ ਸੀ ਉਹ ਲੰਬੇਰੀ ਤੁਰ ਪਈ, ਕਿਉਂਕਿ ਮਾफ़ ਕਰਿਓ ਬੀਬੀਆਂ ਦਾ ਸੁਭਾਅ ਹੁੰਦਾ ਹੈ ਕਿ ਜੇ ਗੱਲਾਂ ਬਾਤਾਂ ਕਰਨ ਲੱਗ ਪਈਆਂ ਤੇ ਬਸ ਫਿਰ ਪਤਾ ਨਹੀਂ ਕਿ ਸਮਾਂ ਕਿੱਧਰੋਂ ਕਿੱਧਰ ਨੂੰ ਤੁਰ ਜਾਏਗਾ। ਭਾਵੇਂ ਕੋਈ ਰੋਟੀ ਖਾਣ ਤੋਂ ਬੈਠਾ ਰਵੇ, ਭਾਵੇਂ ਕੋਈ ਕਿਤੇ ਜਾਣ ਤੋਂ ਬੈਠਾ ਰਵੇ, ਉਹਨਾਂ ਜਿਹੜੀ ਗੱਲ ਸ਼ੁਰੂ ਕਰ ਲਈ ਉਹਨੂੰ ਕਿਸੇ ਸਿਰੇ ਲਾਉਣਾ ਹੈ। ਸੋ ਖੈਰ ਉਹਨਾਂ ਨੇ ਰਾਣੀ ਨੇ ਗੋਲੀਆਂ ਨਾਲ ਗੱਲਬਾਤ ਸ਼ੁਰੂ ਕਰ ਲਈ। ਉਹ ਗੱਲਾਂ ਇੰਨੀਆਂ ਲੰਮੀਆਂ ਤੁਰ ਪਈਆਂ ਕਿ ਸਾਰੀ ਰਾਤ ਜਿਹੜੀ ਉਹ ਬਤੀਤ ਹੋ ਗਈ। ਉਦਾਹਰਨ ਹੈ, ਜਦੋਂ ਰਾਤ ਬਤੀਤ ਹੋ ਗਈ ਤੇ ਇੱਧਰ ਰਾਜਾ ਜਿਹੜਾ ਸੀ ਉਹ ਸਾਰੀ ਰਾਤ ਉਹਦੀ ਉਡੀਕ ਦੇ ਵਿੱਚ ਹੈ। ਇੱਧਰ ਸੂਰਜ ਚੜ੍ਹ ਆਇਆ, ਫਿਰ ਪਤਾ ਲੱਗਾ ਕਿ ਰਾਜੇ ਨੇ ਤੇ ਅੱਜ ਫਲਾਣੀ ਮੁਹਿੰਮ ਦੇ ਉੱਤੇ ਚਲੇ ਜਾਣਾ। ਇੱਕ ਰਾਤ ਸੀ ਜਿਸ ਰਾਤ ਮੈਂ ਉਹਦੇ ਕੋਲ ਬਹਿ ਕੇ ਕੋਈ ਜੀਵਨ ਦਾ ਸੁੱਖ, ਕੋਈ ਦੁੱਖ ਸੁੱਖ ਜਿਹੜਾ ਸੀ ਉਹਦੇ ਨਾਲ ਸਾਂਝਾ ਕਰਨਾ ਸੀ, ਉਹਦੇ ਨਾਲ ਕੋਈ ਗੱਲਾਂ ਬਾਤਾਂ ਕਰਨੀਆਂ ਸੀ, ਕੋਈ ਸੁੱਖ ਮੰਨਣਾ ਸੀ। ਪਰ ਅੱਜ ਤੋਂ ਉਹਨੇ ਤਾਂ ਮੁਹਿੰਮ ਤੇ ਚਲੇ ਜਾਣਾ, ਮੈਂ ਤੇ ਰਾਤ ਖੁੰਝਾ ਦਿੱਤੀ ਹੈ। ਸੋ ਇਸੇ ਤਰ੍ਹਾਂ ਅਸੀਂ ਜੀਵਨ ਦੇ ਅੰਦਰ ਆ ਜੀਵਨ ਦੀ ਰਾਤਰੀ ਜਿਹੜੀ ਹੈ ਇਹਨੂੰ ਮਾਇਆ ਦੇ ਨਾਲ ਗੱਲਾਂ ਬਾਤਾਂ ਕਰਦਿਆਂ, ਜੀਵਨ ਦੇ ਹੋਰ ਇੱਧਰ ਉੱਧਰ ਦੇ ਪਦਾਰਥ ਹੰਡਾਉਂਦਿਆਂ ਮਾਣਦਿਆਂ ਇਹ ਸਾਰੀ ਰਾਤ ਜਿਹੜੀ ਬਤੀਤ ਕਰਦੇ, ਜਦੋਂ ਮੌਤ ਦਾ ਸੂਰਜ ਚੜ੍ਹਦਾ ਉਦੋਂ ਪਤਾ ਲੱਗਦਾ ਹੈ ਕਿ ਉਹ ਕੰਤ ਤੇ ਸਾਡੇ ਮਹਿਲ ਦੇ ਵਿੱਚ ਸੀ। ਰਾਜਾ ਤੇ ਮਹਿਲ ਵਿੱਚ ਹੀ ਸੀ, ਰਾਣੀ ਵੀ ਉਸੇ ਮਹਿਲ ਵਿੱਚ ਸੀ, ਪਰ ਹਾਂ ਪਰਜ ਕਿਸੇ ਹੋਰ ਥਾਂ ਤੇ ਗਈ। ਉਹ ਕੰਤ ਵੀ ਇਸੇ ਸੰਸਾਰ ਤੇ ਹੀ ਹੈ, ਅਸੀਂ ਵੀ ਇਸੇ ਸੰਸਾਰ ਤੇ ਹੀ ਰਹਿੰਦੇ ਹਾਂ। ਸਾਡੇ ਘਰ ਦੇ ਅੰਦਰ ਹੀ ਉਹ ਪਰਮੇਸ਼ਰ ਹੈ, ਆਪਣੇ ਘਰ ਅੰਦਰ ਹੀ ਅਸੀਂ ਰਹਿੰਦੇ ਹਾਂ। ਇਸੇ ਹਿਰਦੇ ਘਰ ਦੇ ਅੰਦਰ ਹੀ ਉਹ ਪਰਮੇਸ਼ਰ ਹੈ, ਹਿਰਦੇ ਘਰ ਅੰਦਰ ਹੀ ਅਸੀਂ ਰਹਿੰਦੇ ਹਾਂ। ਬਸ ਫਰਕ ਇਸ ਤਰ੍ਹਾਂ ਦਾ ਹੈ, ਜਿਵੇਂ ਨਾ ਇੱਕ ਦੀਵਾ ਹੁੰਦਾ ਹੈ। ਦੀਵੇ ਦੀ ਉਦਾਹਰਣ ਬੜੀ ਦਿੱਤੀ ਸਾਹਿਬ ਨੇ ਬਾਣੀ ਅੰਦਰ। ਦੀਵਾ ਬਣਿਆ ਮਿੱਟੀ ਤੋਂ ਹੈ, ਆਪਾਂ ਸਾਰੇ ਜਾਣਦੇ ਦੀਵਾ ਮਿੱਟੀ ਤੋਂ ਬਣਿਆ। ਦੀਵੇ ਦੇ ਅੰਦਰ ਜਿਹੜੀ ਅੱਗ ਬਲਦੀ ਉਹ ਸੂਰਜ ਤੋਂ ਆਈ ਹੈ, ਕਿਉਂਕਿ ਅੱਗ ਸੂਰਜ ਦਾ ਤੱਤ ਹੈ, ਮਿੱਟੀ ਦੀਵਾ ਜਿਹੜਾ ਮਿੱਟੀ ਧਰਤੀ ਦਾ ਤੱਤ ਹੈ। ਸੋ ਦੀਵਾ ਜਿਹੜਾ ਉਹਨੂੰ ਦੋਹੀਂ ਪਾਸੇ ਖਿੱਚ ਪੈਂਦੀ ਹੈ। ਦੀਵੇ ਦਾ ਜਿਹੜਾ ਥੱਲੇ ਵਾਲਾ ਭਾਗ ਹੈ, ਮਿੱਟੀ ਦਾ ਢਾਂਚਾ ਜਿਹੜਾ, ਉਹਨੂੰ ਧਰਤੀ ਆਪਣੇ ਵੱਲ ਖਿੱਚਦੀ ਤੇ ਜਿਹੜੀ ਅੱਗ ਹੈ ਉਹਨੂੰ ਸੂਰਜ ਆਪਣੇ ਵੱਲ ਖਿੱਚਦਾ। ਇਹੀ ਵੇਖੋਗੇ ਵੀ ਅੱਗ ਲੋ ਜਿਹੜੀ ਹਮੇਸ਼ਾ ਤਾਂ ਨੂੰ ਜਾਏਗੀ। ਇਸੇ ਤਰ੍ਹਾਂ ਸਾਡਾ ਜੀਵਨ ਦੋ ਦਾ ਸੁਮੇਲ ਹੈ, ਇੱਕ ਸੰਸਾਰ ਦਾ ਸੁਮੇਲ ਹੈ, ਇੱਕ ਕਰਤਾਰ ਦਾ ਸੁਮੇਲ ਹੈ। ਇਹ ਸਰੀਰ ਜਿਹੜਾ ਹੈ ਇਹਨੂੰ ਸੰਸਾਰ ਪਰਿਵਾਰ ਆਪਣੇ ਵੱਲ ਖਿੱਚਦਾ ਹੈ ਤੇ ਜੋਤ ਉਹਦੇ ਤੋਂ ਆਈ ਹੈ, ਇਸ ਜੋਤ ਨੂੰ ਪਰਮੇਸ਼ਰ ਆਪਣੇ ਵੱਲ ਖਿੱਚਦਾ। ਕਿਉਂਕਿ ਸਰੀਰ ਪੰਜ ਤੱਤਾਂ ਤੋਂ ਬਣਿਆ, ਤੱਤ ਇਸ ਸ੍ਰਿਸ਼ਟੀ ਦਾ ਹਿੱਸਾ ਹਨ। ਇਹ ਸ੍ਰਿਸ਼ਟੀ, ਇਹ ਲੋਕ, ਇਹ ਵੀ ਪੰਜ ਤੱਤਾਂ ਦੇ। ਇਹ ਲੋਕ, ਇਹ ਸ੍ਰਿਸ਼ਟੀ, ਇਹ ਪਦਾਰਥ ਸਰੀਰ ਨੂੰ ਆਪਣੇ ਵੱਲ ਖਿੱਚਦੇ ਨੇ ਤੇ ਇਹ ਜੋਤ ਪਰਮਾਤਮਾ ਦਾ ਅੰਸ਼ ਹੈ, ਇਸ ਕਰਕੇ ਇਸ ਜੋਤ ਨੂੰ ਪਰਮਾਤਮਾ ਆਪਣੇ ਵੱਲ ਖਿੱਚਦਾ ਹੈ। ਬਸ ਇਸ ਖਿੱਚਾ ਧੂਈ ਵਿੱਚ ਹੀ ਸਾਰਾ ਜੀਵਨ ਜਿਹੜਾ ਸਾਡਾ ਉਹ ਬਤੀਤ ਹੁੰਦਾ ਹੈ। ਸੋ ਖੈਰ ਮੈਂ ਜ਼ਿਕਰ ਕਰ ਰਿਹਾ ਸੀ ਜ਼ਿੰਦਗੀ ਦੀ ਰਾਤ ਜਿਹੜੀ ਹੈ ਇਸ ਤਰ੍ਹਾਂ ਬਤੀਤ ਹੋ ਜਾਂਦੀ ਖਿੱਚਾ ਧੂਈ ਦੇ ਅੰਦਰ। ਸਵੇਰ ਮੌਤ ਦਾ ਸੂਰਜ ਚੜ੍ਹ ਆਉਂਦਾ ਤਾਂ ਸਾਹਿਬ ਕਹਿੰਦੇ ਪਛਤਾਨੀ ਪਛਤਾ ਕੇ ਉੱਠ ਚਲੀ ਗਈ ਨਿਰਾਸ਼। ਫਿਰ ਸੰਸਾਰ ਤੋਂ ਨਿਰਾਸ਼ ਹੋ ਕੇ ਜੀਵ ਇਸਤਰੀ ਤੁਰ ਜਾਂਦੀ। ਫਿਰ ਨਿਰਾਸ਼ਤਾ ਦਾ ਇੱਕ ਕਾਰਨ ਕਿ ਮੈਂ ਸਾਰੀ ਜ਼ਿੰਦਗੀ ਜਿਨ੍ਹਾਂ ਤੇ ਭਰੋਸਾ ਕਰਕੇ, ਜਿਨ੍ਹਾਂ ਨੂੰ ਆਪਣੇ ਮੰਨ ਕੇ ਬੈਠੀ ਰਹੀ ਕਿ ਮੇਰੇ ਸਹਾਈ ਹੋਣਗੇ, ਇਹ ਮੇਰੇ ਮਦਦਗਾਰ ਬਣ ਜਾਣਗੇ। ਸਾਹਿਬ ਬਾਣੀ ਅੰਦਰ ਇੱਕ ਬਚਨ ਕਹਿੰਦੇ, ਜੋ ਸੰਸਾਰ ਹੈ ਕਿ ਕੁਟੰਬ ਮਿੱਤਰ ਭਾਈ ਦਿਸਹਿ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ। ਜਿਤ ਦਿਨ ਇਨਕਾ ਸੁਆਉ ਹੋਏ ਨਾ ਆਵੈ, ਤਿਤ ਦਿਨ ਨੇੜਾ ਕੋ ਨਾ ਟੁਕਾਸਾ। ਕਿ ਅਸੀਂ ਸਾਰੀ ਜ਼ਿੰਦਗੀ ਇਸ ਭਰੋਸੇ ਤੇ ਸੀ ਵੀ ਇਹ ਨਾਲ ਨਿਭ ਜਾਣਗੇ, ਪਰ ਸਾਹਿਬ ਕਹਿੰਦੇ ਮਿੱਤਰ, ਇਹ ਭਰਾ, ਇਹ ਪਰਿਵਾਰ, ਇਹ ਜਿਤਨੇ ਵੀ ਹਨ ਇਹ ਸਭ ਆਪਣੇ ਸੁਆਏ ਮਿਲਾਸਾ। ਇਹ ਸਭ ਆਪਣੇ ਸਵਾਰਥ ਦੇ ਵਿੱਚ ਨੇ, ਇਹ ਆਪਣੇ ਮਤਲਬ ਦੇ ਵਿੱਚ ਨੇ। ਜਿਸ ਦਿਨ ਇਹਨਾਂ ਦਾ ਕੋਈ ਸਵਾਰਥ ਪੂਰਾ ਨਹੀਂ ਹੋਵੇਗਾ, ਤਿਤ ਦਿਨ ਨੇੜਾ ਕੋ ਨਾ ਟੁਕਾਸਾ, ਉਸ ਦਿਨ ਨੇੜੇ ਕੋਈ ਨਹੀਂ ਲੱਗੇਗਾ। ਇਸੇ ਤਰ੍ਹਾਂ ਜੀਵ ਇਸਤਰੀ ਪੁੱਛਤਾਉਂਦੀ ਹੈ ਕਿ ਮੈਂ ਜਿਨ੍ਹਾਂ ਦੇ ਵਾਸਤੇ ਜ਼ਿੰਦਗੀ ਦਾ ਸਾਰਾ ਹਿੱਸਾ, ਜਿਨ੍ਹਾਂ ਨੂੰ ਸੈੱਟ ਕਰਨ ਵਾਸਤੇ, ਜਿਨ੍ਹਾਂ ਨੂੰ ਕਿਸੇ ਉੱਚੇ ਮੰਜ਼ਿਲ ਮੁਕਾਮ 'ਤੇ ਲਿਜਾਣ ਵਾਸਤੇ, ਜਿਨ੍ਹਾਂ ਨੂੰ ਸੁੱਖ ਦੇਣ ਵਾਸਤੇ ਮੈਂ 12-12 16-16 ਘੰਟੇ ਕੰਮ ਕੀਤਾ, ਆਹ ਕੀਤਾ, ਉਹ ਕੀਤਾ, ਇਹ ਤੇ ਆਖਰ ਮੇਰੇ ਨਾਲ ਖੜੇ ਹੀ ਨਹੀਂ। ਇਹਨਾਂ ਤਾਂ ਚੰਗੀ ਤਰ੍ਹਾਂ ਮੈਨੂੰ ਅੱਗ ਵੀ ਨਹੀਂ ਲਾਈ, ਇਹ ਤੇ ਅੱਗ ਦੇ ਸੇਕ ਕੋਲ ਵੀ ਨਾ ਖੜ ਸਕੇ। ਸੇਕ ਵਧਿਆ ਨਹੀਂ, ਉਹ ਪਛਾਂ ਹੋ ਗਏ ਤੇ 2-4 ਮਿੰਟ ਰੁਕੇ, ਆਪਣੀਆਂ ਗੱਡੀਆਂ 'ਚ ਏਸੀ ਛੱਡਿਆ ਤੇ ਘਰਾਂ ਨੂੰ ਤੁਰ ਪਏ। ਮੇਰੀ ਅੱਗ ਤੇ ਆਸਮਾਨ ਨੂੰ ਛੂੰਹਦੀ ਰਹਿ ਗਈ, ਕੋਲ ਖੜਿਆ ਹੀ ਕੋਈ ਨਹੀਂ। ਸੋ ਪਛਤਾਨੀ। ਉਸ ਵਕਤ ਸਾਹਿਬ ਪਾਤਸ਼ਾਹ ਕਹਿੰਦੇ ਫਿਰ ਪਛਤਾਵਾ ਪੱਲੇ 'ਚ ਪੈਂਦਾ। ਉੱਠ ਚਲੀ ਗਈ ਨਿਰਾਸ਼। ਇਸ ਨਿਰਾਸ਼ਤਾ ਨੂੰ ਧਾਰਨ ਕਰਕੇ ਇਹ ਜੀਵ ਇਸਤਰੀ ਫਿਰ ਸੰਸਾਰ ਤੋਂ ਉੱਠ ਤੁਰਦੀ ਹੈ। ਜਿਨ ਕੋ ਸਾਧੂ ਭੇਟੀਐ, ਸੋ ਦਰਗਹ ਹੋਏ ਖਲਾਸ।
हजूर कहंदे सारे नहीं बजते, क्योंकि आषाढ़ के महीने की गल चली। साहब कहंदे तपदा है, पर उन्हां वास्ते नहीं जिन्हां दे कोल नाम है। जिन्हां कोल नाम नहीं उन्हां लई तपदा है। जिवें गर्मी है, एक बंदा कह रहा बाहर बहुत गर्मी पै रही, अग वरदी पई, हुण एक ने AC फुल छड्डिया, आराम दे नाल सुत्ता पिया, वो आखेगा किहड़ी गर्मी, इत्थे कमरे तो शिमला बनिया पिया। वो आखेगा भरावा थोड़ा बाहर निकल के वेख, तैनूं पता लगेगा बाहर अग किन्नी वरदी पई है। इसे तरह जिन्हां कोल नाम है, जदों उन्हां नूं संसार कहंदा आके जी मर गए, खप गए, बड़े दुख है संसार च, वो कहंदे नहीं कोई दुख नहीं है। क्यों? क्योंकि वो अपनी मौज दे विच हन, वो अपने रंग दे विच, अपने आनंद दे विच हन, उन्हां वास्ते कोई दुख नहीं है। सो इसे तरह ही है, साहिब पातशाह इत्थे भी कह रहे हैं कि जिन्हां दे कोल नाम आ गया कि महाराज जी सारे ही तपदे ने, सारे ही दुखी ने, सारे ही वजे हुए ने, तो साहिब ने कहा जिन्हां कोल नाम है वो नहीं तपदे। जो बाणी अंदर एक वचन कर दो, चंदन चंद ना सरद रुत, मूल ना मिटई काम, शीतल थीवै नानका जपंदड़ो हर नाम। कि बड़ा कुछ ठंडा है, चंदन दी चंदन जड़ा वो ठंडा है, चंद दी चांदनी ठंडी है, सरद रुत ठंडी, पर साहब कहते सारा कुछ ठंडा होने के बावजूद भी नाम वर्गी ठंडक इन्हां कोल नहीं है। सो हजूर महाराज जी कि सारे लोग ही बज्जे ने, कोई नहीं छुटदा। तो दाता जी कहते हाँ जिन को साधु भेटिया, जिन्होंने किसी साधु किसी सतपुरख का मिलाप हो जाता है। हुण साधु जिहड़ा है, साध पुरख जे कर्म कमावे, नाम देवता जगत कहावै, कि वो जिहड़ा साध कर्म कमाउंदा है, साध नाम निर्मलता के कर्म है, जिस दे कर्म जिहड़े हन निर्मल हन, जिन्हें अपने आप नूं चंगी तरह साधिया होया, अपने जीवन दीयां वासनावां जिहड़ियां ने, इंद्रे जिहड़े ने, इन्हां नूं साध के रखिया। तो हजूर कहंदे जिन को साधु भेटी है, जिन्हां नूं साधु दा संग प्राप्त हो गया। जिहड़ी संगत है ना, ये बहुत असर करदी है। देखो आपां मनदे या नहीं मनदे, चलो आपो अपना सुभाਅ है सारिਆਂ ਦਾ। हर मनुख दे कोल तुसी बैठो, जिस तरह के मनुखों के 4 दिन तुसी बहना शुरू कर दिता, मैं कई बार कहना हुन्ना भावें उन्हां वालियां आदतां जान के नहीं अपनाउंदे, पर साडे जीवन च असर हो जांदियां। बाणी दा एक प्रमाण दवां, गुरु अंगद देव महाराज एक वचन कहंदे 8 पहर ने दिन दे अंदर, 8 पहरां दे विचों जिहड़े 7 पहर ने, क्योंकि 3 घंटिਆਂ ਦਾ एक पहर तकरीबन बनता है, तू 7 पहर एक काम करिया कर। गुरु अंगद देव महाराज वचन कर रहे हैं कि असी तेनों ये नहीं कहते तू बंदगी कर, वो 7 पहर, क्योंकि ठीक है एक पासे साहब बाणी अंदर वार वार कहते तू उठत बैठत सोवत ध्याई है, मार्ग चलत हरे हर गाई है। हुण जिहदी ये अवस्था ने उन्होंने सुखैण तरीका दसदे पए ने कि 7 पहर तू एक काम करिया कर। ये नहीं भी तू बंदगी धार के करनी भी मैं 7 पैर चौंकड़ा मार के, क्योंकि तेरी अवस्था नहीं बनती पई। आपां दुखी हाँ भी मन नहीं टिकदा, आ नहीं हुंदा, आओ नहीं। साहब ने बड़ा सुखैन एक तरीका दस्या, कहंदे तू 7 पैर एक काम कर ला। वो काम तेनू दसदे आ। पहला यह है भी तेनू बंदगी भी करन दी लोड़ नहीं, नहीं तेरे तो हो रही, तेनू कुछ नहीं करन दी लोड़, एक काम कर ला। महाराज दसो फिर जे एक कीतियां सारे हुंदे है ते इदों सौखा काम की है? गुरु अंगद देव महाराज कहंदे 7 पहरी 7 भला बही है पढ़िया पास। कि तू 7 पैर पढ़िया दे कोल पै। पढ़िया का मतलब ये नहीं जिहड़े कोई किताबी कीड़े ज्ञानी हन, जिन्हां ने अपने आप नूं पढ़ लिया है, जिन्हां ने जीवन नूं पढ़ लिया। साहब कहंदे सिर्फ 7 पैर उन्हां दी संगत कर ला। तैनूं ये नहीं कहंदे उन्हां कोल बह के आ कर आओ कर, सिर्फ तू उन्हां कोल बह जा। 7 पैर 7 पहरी 7 भला बही है पढ़िया पास। तू केवल उन्हां दे कोल बह जा, तू 7 पैर उन्हां दीयां गल्लां बातां सुण, 7 पैर उन्हां कोल बह के परमेश्वर दे घर दी गल सुण। 8वें पैर अपने आप तेरा मन जिहड़ा उन्हां वर्गा हो जाएगा। संगत बहुत वड्डा असर करदी है। टिकिया होयां दे कोल बह जाओ, तुहानूं कोशिश नहीं करनी पेगी मन टिके, मन अपने आप टिक जाएगा, क्योंकि उन्हां दे शरीर दी वाइब्रेशन तरंगा इस तरह दी होणगीआं। विषयी मनुख कोल बह जाओ, भुख नहीं लगी, किसी प्रशादा खांदे आए कोल बह जाओ, जिहड़ा बड़े स्वाद नाल भोजन खा रहा है, तुहानूं अपने भुख लगेगी। नींद नहीं है, सुते होए दे कोल बह जाओ, अपने आप उबासियां आउण लग जांदियां ने। इसे तरह ही जीवन का सुभाਅ है। जिस तरह की संगत माणांगे उस तरह का सुभाਅ जिहड़ा प्राप्त होएगा। सब कहिंदे जिनको साधु भेटी है, जिन्होंने साधु सतपुरखां की संगत मिल गई, सो दरगह होए खलास, वो दरगाह दे विच फिर छुट जाते हैं। रे रे दरगह कह ना को आओ बैठ आदर सुभ देव। वो दरगाह विच फिर उन्हां दी बंद खलासी हुंदी है।
ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਹਜ਼ੂਰ ਕਹਿੰਦੇ ਗੁਰੂ ਅੱਗੇ ਅਰਦਾਸ ਕਰਿਆ ਕਰ। ਮਹਾਰਾਜ ਅਰਦਾਸ ਤੇ ਅਸੀਂ ਰੋਜ਼ ਹੀ ਕਰਦੇ ਹਾਂ। ਤੁਸੀਂ ਇੱਕ ਵਾਰ ਦੀ ਗੱਲ ਕਰਦੇ, ਅਸੀਂ ਦਿਨ 'ਚ ਪਤਾ ਨਹੀਂ ਕਿੰਨੀ ਵਾਰ ਕਰਦੇ ਹਾਂ। ਪਰ ਕਾਹਦੀ ਅਰਦਾਸ ਕਰਦੇ ਹੋ ਜੇ ਗੁਰੂ ਪੁੱਛੇ? ਮਹਾਰਾਜ ਅਰਦਾਸ ਤਾਂ ਅਸੀਂ ਕਰਦੇ ਹੀ ਹਾਂ ਵੀ ਸਾਨੂੰ ਆਹ ਮਿਲ ਜੇ, ਸਾਨੂੰ ਉਹ ਮਿਲ ਜੇ, ਮਾਫ ਕਰਿਓ। ਕੋਈ ਗੁਰਸਿੱਖ ਹੋਏਗਾ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਕੋਈ ਵਿਰਲਾ ਗੁਰਸਿੱਖ ਹੋਏਗਾ ਜਿਹੜਾ ਕਦੀ ਇਹ ਅਰਦਾਸ ਕਰਦਾ ਹੋਏਗਾ ਕਿ ਸਤਿਗੁਰੂ ਮੈਨੂੰ ਕਦੀ ਤੇਰੇ ਪ੍ਰਤੱਖ ਦਰਸ਼ਨ ਹੋਣ। ਜਿਹੜਾ ਕਦੀ ਇਹ ਅਰਦਾਸ ਕਰਦਾ ਹੋਏਗਾ ਕਿ ਸਤਿਗੁਰੂ ਕੋਈ ਨਾਮ ਦਾ ਕਿਣਕਾ ਅੰਦਰ ਵਸ ਜਾਏ। ਜਿਹੜਾ ਕਦੀ ਇਹ ਅਰਦਾਸ ਕਰਦਾ ਹੋਏਗਾ ਸਤਿਗੁਰੂ ਤੇਰਾ ਮੇਰਾ ਵਿਛੋੜਾ ਹੋ ਗਿਆ, ਮੈਨੂੰ ਕਦੀ ਮਿਲਾਪ ਹੋ ਜਾਏ। ਬਹੁਤ ਘੱਟ ਗੁਰਸਿੱਖ ਹੋਣਗੇ ਜਿਹੜੇ ਕਦੀ ਇਸ ਤਰ੍ਹਾਂ ਦੀ ਤੜਫ ਰੱਖ ਕੇ ਅਰਦਾਸ ਕਰਦੇ ਹੋਣਗੇ ਕਿ ਦਾਤਾ ਮੈਨੂੰ ਆਹ ਜਿਹੜੀ ਦਾਤ ਹੈ ਇਹ ਤੇਰੇ ਘਰੋਂ ਪ੍ਰਾਪਤ ਹੋ ਜਾਏ। ਬਾਕੀ ਸੁੱਖ ਪਦਾਰਥ ਦੀ ਅਰਦਾਸ ਤੇ ਸਾਰਾ ਜਹਾਨ ਹੀ ਕਰਦਾ। ਤਾਂ ਸਹਿਬ ਪਾਤਸ਼ਾਹ ਕਹਿੰਦੇ ਅਰਦਾਸ ਇੰਜ ਕਰਿਆ ਕਰ, ਜੇ ਅਸਾੜ ਦਾ ਮਹੀਨਾ ਤੈਨੂੰ ਤਪਾਉਂਦਾ ਹੈ ਨਾ ਤੇ ਗੁਰੂ ਅੱਗੇ ਅਰਦਾਸ ਕਰ ਕਿਰਪਾ ਪ੍ਰਭ ਆਪਣੀ, ਐ ਮੇਰੇ ਮਾਲਕ ਪਰਮੇਸ਼ਰ ਆਪਣੀ ਕਿਰਪਾ ਕਰ। ਤੂੰ ਕਿਰਪਾ ਕੀ ਕਰ, ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੇ ਅੰਦਰ ਪਿਆਸ ਪੈਦਾ ਹੋ ਜਾਏ। ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਤੇਰੇ ਦਰਸ਼ਨਾਂ ਦੀ ਅੰਦਰ ਪਿਆਸ ਇਸ ਤਰ੍ਹਾਂ ਪੈਦਾ ਹੋ ਜਾਏ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਐ ਪ੍ਰੇਤੁਤ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ, ਬਿਨ ਦੇਖੈ ਗੁਰ ਦਰਬਾਰੈ ਜੀਓ। ਇਸ ਤਰ੍ਹਾਂ ਦੀ ਪਿਆਸ ਪੈਦਾ ਹੋ ਜਾਵੇ ਕਿਤੇ ਅੰਦਰ। ਤੂੰ ਸਾਡੇ ਤੇ ਕਿਰਪਾ ਕਰ ਕਿ ਅਸੀਂ ਤੇਰੇ ਦਰਸ਼ਨਾਂ ਵਾਸਤੇ ਤੜਫ ਉੱਠੀਏ, ਤੇਰੇ ਦਰਸ਼ਨਾਂ ਦੀ ਅੰਦਰ ਕੋਈ ਜਿਗਿਆਸਾ ਪੈਦਾ ਹੋ ਸਕੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਤੇ ਮਹਾਰਾਜ ਨਾਨਕ ਕੀ ਅਰਦਾਸ, ਸਾਡੀ ਅਰਦਾਸ ਤੇਰੇ ਅੱਗੇ ਤਾਂ ਹੈ ਕਿ ਤੇਰੇ ਦਰਸ਼ਨ ਹੋਏ ਪਿਆਸ, ਤੇਰੇ ਦਰਸ਼ਨਾਂ ਦੀ ਪਿਆਸ ਸਾਨੂੰ ਲੱਗ ਜਾਵੇ। ਕਿਉਂਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਕਿ ਦਾਤਾ ਜੀ ਤੇਰੇ ਦਰਸ਼ਨਾਂ ਦੇ ਨਾਲ ਹੀ ਸਾਡਾ ਜੀਵਨ ਜਿਹੜਾ ਹੈ ਉਹ ਖਿੜਦਾ ਹੈ। ਤੇਰੇ ਦਰਸ਼ਨਾਂ ਦੇ ਨਾਲ, ਜਿਵੇਂ ਕਮਲ ਸੂਰਜ ਨੂੰ ਵੇਖ ਕੇ ਖਿੜੇਗਾ ਉੱਦਾਂ ਨਹੀਂ ਖਿੜੇਗਾ। ਨਕਲੀ ਸੂਰਜ ਉਹਦੇ ਸਾਹਮਣੇ 1000 ਖੜੇ ਕਰ ਦਿਓ ਉਹ ਨਹੀਂ ਖਿੜੇਗਾ। ਸਿੱਖ ਦਾ ਜੀਵਨ ਅਸਲੀ ਗੁਰੂ ਨੂੰ ਦੇਖ ਕੇ ਹੀ, ਪੂਰੇ ਗੁਰੂ ਨੂੰ ਦੇਖ ਕੇ ਹੀ ਖਿੜਦਾ ਹੈ। ਤਾਂ ਮਹਾਰਾਜ ਇਹ ਦਰਸ਼ਨਾਂ ਦੀ ਪਿਆਸ ਅਸੀਂ ਤਾਂ ਲੈ ਕੇ ਬੈਠੇ ਹਾਂ ਕਿਉਂਕਿ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਤੇਰੇ ਤੋਂ ਬਿਨਾ ਕੋਈ ਦੂਜਾ ਹੈ ਨਹੀਂ ਸਾਡਾ। ਆਸ ਭਰੋਸਾ ਖਸਮ ਕਾ ਨਾਨਕ ਕਹਿ ਜੀਅੜੇ। ਮਾਲਕ ਜੀ ਸਾਡਾ ਤਾਂ ਤੇਰੇ ਬਿਨਾ ਕੋਈ ਹੈ ਨਹੀਂ, ਤੇ ਜੇ ਤੇਰੇ ਹੀ ਦਰਸ਼ਨ ਪ੍ਰਾਪਤ ਨਾ ਹੋਏ ਤੇ ਫਿਰ ਅਸੀਂ ਕਿਹਦੇ ਕੋਲ ਜਾ ਕੇ ਰੋਵਾਂਗੇ, ਕਿਹਦੇ ਕੋਲ ਜਾ ਕੇ ਦਰ ਦੇ ਉੱਤੇ ਤਰਲੇ ਲਵਾਂਗੇ। ਸੋ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਤੇਰੇ ਤੋਂ ਬਿਨਾ ਸਾਡਾ ਕੋਈ ਨਹੀਂ। ਕਿਸ ਹੀ ਕੋਏ ਮੰਝ ਨੇ ਮਾਣੀ ਇੱਕ ਤੂੰ। ਸਾਡਾ ਤਾਂ ਗਰੀਬਾਂ ਦਾ ਆਸਰਾ ਹੀ ਤੂੰ ਹੈ। ਤਾਂ ਇਹ ਗੱਲ ਵੱਖਰੀ, ਨਾ ਸਾਡੇ ਕੋਲ ਇੰਨੀ ਕਦੀ ਗਰੀਬੀ ਆਈ ਮਨ ਦੀ, ਤੇ ਨਾ ਅਸੀਂ ਕਦੋਂ ਇੰਨਾ ਵੱਡਾ ਗੁਰੂ ਦਾ ਆਸਰਾ ਜਿਹੜਾ ਉਹ ਜੀਵਨ ਵਿੱਚ ਪਕੜਨ ਦੀ ਕੋਸ਼ਿਸ਼ ਕੀਤੀ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਤੇਰੇ ਤੋਂ ਬਿਨਾ ਸਾਡਾ ਕੋਈ ਨਹੀਂ ਹੈ। ਇਸ ਕਰਕੇ ਤੇਰੇ ਚਰਨਾਂ 'ਚ ਸਾਡੀ ਅਰਦਾਸ ਹੈ। ਤੇ ਆਸਰਾ ਕਿਸ ਤਰ੍ਹਾਂ ਦਾ, ਸਾਨੂੰ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ। ਸਾਡਾ ਇੱਥੇ ਤੇ ਉੱਥੇ ਤੂੰ ਆਸਰਾ ਤੇ ਰਾਖਾ ਬਣ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੀ ਪਿਆਸ ਜਿਹੜੀ ਹੈ ਉਹ ਪੈਦਾ ਹੋ ਜਾਂਦੀ, ਤੇਰੇ ਦਰਸ਼ਨ ਹੋਏ ਪਿਆਸ, ਜਿਨ੍ਹਾਂ ਦੇ ਅੰਦਰ ਉਹਦੇ ਚਰਨਾਂ ਦਾ ਇੱਕ ਆਸਰਾ ਜਿਹੜਾ ਹੈ ਉਹ ਵੱਜ ਜਾਂਦਾ ਹੈ। ਇਹ ਅਰਦਾਸ ਹੈ ਜਿਨ੍ਹਾਂ ਦੇ ਅੰਦਰ। ਦੇਖੋ ਜਦੋਂ ਗੁਰੂ ਦੇ ਚਰਨਾਂ ਦਾ ਆਸਰਾ ਲੈਣ ਦੀ ਗੱਲ ਕਰਾਂ ਤਾਂ ਇਤਿਹਾਸ ਦੇ ਅੰਦਰ ਭਾਈ ਗੋਂਦੇ ਦੀ ਸਾਖੀ ਵੀ ਅਸੀਂ ਪੜ੍ਹਦੇ ਹਾਂ। ਸਾਹਿਬ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਨਾ, ਆਸਰਾ ਪ੍ਰਾਪਤ ਕਰਨਾ। ਜੇ ਅਸੀਂ ਕਦੇ ਗੁਰੂ ਕੇ ਪਿਆਰੇ ਜਿਹੜੇ ਹੋਰ ਕਈ ਸਿੱਖ ਹੋਏ ਨੇ, ਕੋਈ ਸਤਿਗੁਰਾਂ ਦੇ ਚਰਨਾਂ ਦਾ ਧਿਆਨ, ਦੇਵੀਦਾਸ ਜੀ ਜਦੋਂ ਗੱਲ ਪੜ੍ਹ ਕੇ ਵੇਖੀਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਕੇ ਆਇਆ, ਆ ਕੇ ਭੀਮ ਚੰਦ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਕਰ ਰਿਹਾ। ਉਹਦੇ ਤੋਂ ਸਹਿਣ ਨਾ ਹੋਈ। ਉਹਨੇ ਕਿਹਾ ਜਿਹੜੀਆਂ ਅੱਖਾਂ ਨਾਲ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਉਹਨਾਂ ਅੱਖਾਂ 'ਚ ਸਲਾਈਆਂ ਮਾਰੀਆਂ ਜਾਣ। ਹੁਣ ਦੇਵੀਦਾਸ ਦੀਆਂ ਅੱਖਾਂ 'ਚ ਜਦੋਂ ਸਲਾਈਆਂ ਮਾਰੀਆਂ ਜਾਂਦੀਆਂ, ਦੂਤ ਸੀ ਭੀਮ ਚੰਦ ਦਾ, ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਕੀਤਾ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਬਾਰਕ ਚਰਨ ਜਿਹੜੇ ਨੇ, ਕੋਲ ਬੈਠੇ ਸਿੱਖ ਜਿਹੜੇ ਨੇ, ਉਹ ਕਹਿੰਦੇ ਕੁਝ ਸੜਨ ਦੀ ਸੁਗੰਧ ਸਮੈਲ ਆ ਰਹੀ ਹੈ। ਜਦੋਂ ਦੇਖਿਆ ਹਜੂਰ ਦੇ ਚਰਨਾਂ ਵਿੱਚੋਂ ਇਹ ਸੇਕ ਨਿਕਲ ਰਿਹਾ, ਮਾਸ ਸੜ ਰਿਹਾ।
ਇਹਦੇ ਤੇ ਕੋਈ ਸ਼ੰਕਾ ਨਾ ਕਰੀ ਸਿੱਖ ਕਰੇ। ਜਦੋਂ ਪੁੱਛਿਆ ਸਾਹਿਬ ਪਾਤਸ਼ਾਹ ਕਹਿੰਦੇ ਕੋਈ ਸਿੱਖ ਹੈ ਚਰਨਾਂ ਦਾ ਧਿਆਨ ਧਰ ਕੇ ਬੈਠਾ ਹੈ, ਉਹਦੇ ਨੇਤਰਾਂ 'ਚ ਅੱਖਾਂ 'ਚ ਸਲਾਈਆਂ ਵੱਜਦੀਆਂ ਨੇ, ਉਹ ਅਸੀਂ ਆਪਣੇ ਚਰਨਾਂ ਤੇ ਸਹਾਰਦੇ ਪਏ ਆ। ਜਦੋਂ ਦੇਵੀ ਦਾਸ ਕੁਝ ਦਿਨਾਂ ਬਾਅਦ ਦਰਸ਼ਨ ਕਰਨ ਆਇਆ, ਸਾਹਿਬ ਦੇ ਚਰਨਾਂ ਦੇ ਉੱਤੇ ਪੱਟੀ ਕੀਤੀ ਦੇਖੀ ਤੇ ਪੁੱਛਦਾ ਮਹਾਰਾਜ ਇਹ ਕੀ ਹੋਇਆ? ਦਾਤਾਰ ਪਾਤਸ਼ਾਹ ਕਹਿੰਦੇ ਕਮਾਲ ਦੀ ਗੱਲ ਹੈ, ਆਪ ਹੀ ਸਾਰਾ ਕੁਝ ਕਰਵਾ ਕੇ ਹੁਣ ਆਪ ਹੀ ਪੁੱਛੀ ਜਾਂਦਾ। ਨਹੀਂ ਮਹਾਰਾਜ ਮੈਨੂੰ ਗੱਲ ਦੀ ਸਮਝ ਨਹੀਂ ਆਈ। ਸਾਹਿਬ ਕਹਿੰਦੇ ਤੇਰੀਆਂ ਅੱਖਾਂ 'ਚ ਗਰਮ ਸਲਾਈਆਂ ਵੱਜੀਆਂ, ਤੈਨੂੰ ਕੁਛ ਵੀ ਨਾ ਹੋਇਆ, ਤੈਨੂੰ ਪਤਾ ਹੈ? ਮਹਾਰਾਜ ਕਿਉਂ ਨਹੀਂ ਹੋਇਆ? ਇਹ ਤਾਂ ਮੈਨੂੰ ਪਤਾ ਹੈ, ਪਰ ਤੁਹਾਡੇ ਚਰਨਾਂ 'ਚ ਪੱਟੀਆਂ ਕਿਉਂ? ਸਾਹਿਬ ਕਹਿੰਦੇ ਸਾਡੇ ਚਰਨਾਂ ਦਾ ਹੀ ਧਿਆਨ ਧਾਰਨ ਕਰਕੇ ਬੈਠਾ ਸੀ, ਅਸੀਂ ਉਹ ਸਲਾਈਆਂ ਆਪਣੇ ਚਰਨਾਂ ਤੇ ਸਹਾਰੀਆਂ, ਤਾਂ ਹੀ ਤੇ ਤੇਰੀਆਂ ਅੱਖਾਂ ਸਲਾਮਤ ਬਚ ਗਈਆਂ। ਸੋ ਇਸ ਤਰ੍ਹਾਂ ਜਿਹੜਾ ਗੁਰੂ ਕੇ ਚਰਨਾਂ ਦਾ ਆਸਰਾ ਲੈਂਦਾ ਤਾਂ ਮਹਾਰਾਜ ਕਹਿੰਦੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਦਾਤਾ, ਤੇਰੇ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਹੈ, ਇਸ ਕਰਕੇ ਤੇਰੇ ਚਰਨਾਂ 'ਚ ਸਾਡੀ ਅਰਦਾਸ ਹੈ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਅਖੀਰ ਹਜੂਰ ਪਾਤਸ਼ਾਹ ਉਪਦੇਸ਼ ਬਖਸ਼ਦੇ ਆਸਾੜ ਦਾ ਮਹੀਨਾ ਸੁਹੰਦਾ ਤਿਸ ਲੱਗੈ, ਉਹਨਾਂ ਦੇ ਵਾਸਤੇ ਬੜਾ ਸ਼ੋਭਨੀਕ ਹੈ, ਜਾਂ ਉਹਨਾਂ ਨੂੰ ਬੜਾ ਸੋਹਣਾ ਲੱਗਦਾ ਹੈ, ਬੜਾ ਉਹਨਾਂ ਦੇ ਵਾਸਤੇ ਪਿਆਰਾ ਮੁਬਾਰਕ ਹੋ ਜਾਂਦਾ ਹੈ, ਸੁਹਾਵਣਾ ਹੋ ਜਾਂਦਾ ਹੈ। ਜਿਸ ਮਨ ਹਰ ਚਰਨ ਨਿਵਾਸ, ਜਿਸ ਦੇ ਮਨ ਵਿੱਚ ਹਰੀ ਦੇ ਚਰਨ ਜਿਹੜੇ ਹਨ ਸ਼ਬਦ ਰੂਪੀ, ਉਹ ਆ ਕਰਕੇ ਵਸ ਜਾਂਦੇ ਹਨ। ਜਿਵੇਂ ਮੈਂ ਭਾਈ ਗੋਂਦਾ ਜੀ ਦਾ ਜ਼ਿਕਰ ਕੀਤਾ, ਦੇਵੀ ਦਾਸ ਦਾ ਜ਼ਿਕਰ ਕੀਤਾ, ਹੋਰ ਵੀ ਬੇਅੰਤ ਗੁਰਸਿੱਖ ਹਨ ਜਿਹੜੇ ਗੁਰੂ ਕੇ ਇਸ ਤਰ੍ਹਾਂ ਦਰਸ਼ਨ ਕਰਦੇ ਸਨ। ਕਿਉਂਕਿ ਦਰਸ਼ਨਾਂ ਦੀ ਗੱਲ ਜਦੋਂ ਕਰਦੇ ਆ, ਗੁਰੂ ਕੇ ਪ੍ਰਤੱਖ ਦਰਸ਼ਨ, ਕਦੇ ਸ਼ਰਵਣ ਦਰਸ਼ਨ, ਕਦੇ ਚਿੱਤਰ ਦਰਸ਼ਨ, ਇਹ ਸਾਰੇ ਦਰਸ਼ਨਾਂ ਦੀ ਗੱਲ ਜਿਹੜੀ ਸੁਪਨ ਦਰਸ਼ਨ, ਇਹ 4 ਤਰ੍ਹਾਂ ਦੇ ਦਰਸ਼ਨ ਵਿਦਵਾਨਾਂ ਨੇ ਮੰਨੇ ਹਨ। ਜਦੋਂ ਪ੍ਰਤੱਖ ਦਰਸ਼ਨਾਂ ਦੀ ਗੱਲ ਕਰੀਏ ਤਾਂ ਅਸੀਂ ਇਤਿਹਾਸ 'ਚ ਦੇਖਦੇ ਹਾਂ, ਬੜੇ ਬੜੇ ਐਸੇ ਭਾਈ ਰਾਮ ਕੋਇਰ ਜੀ ਦਾ ਜੀਵਨ ਪੜ੍ਹੋ, ਕਿੰਨੇ ਸਾਲ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ ਰਹੇ। ਸੰਗਲਾਦੀਪ ਦੇ ਰਾਜੇ ਦੀ ਗੱਲ ਕਰੋ ਤਾਂ ਕਿੰਨੇ ਸਾਲ ਹਜੂਰ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੁੰਦੇ ਰਹੇ। ਸੋ ਇਸ ਤਰ੍ਹਾਂ ਬੜੇ ਰਾਜਿਆਂ ਦੇ ਗੁਰੂ ਕੇ ਮਹਿਲਾਂ ਦੀ ਗੱਲ ਕਰੋ ਤੇ ਪ੍ਰਤੱਖ ਦਰਸ਼ਨ ਹਨ। ਜਦੋਂ ਹਜੂਰ ਪਾਤਸ਼ਾਹ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਵੀ ਗੁਰਸਿੱਖਾਂ ਨੂੰ ਪ੍ਰਤੱਖ ਦਰਸ਼ਨ ਦਿੰਦੇ ਰਹੇ। ਸੋ ਇਸ ਤਰ੍ਹਾਂ ਹਜੂਰ ਪਾਤਸ਼ਾਹ ਇੱਥੇ ਸਰਵਣ ਕਰਵਾ ਰਹੇ ਹਨ। ਆਸਾੜ ਦਾ ਮਹੀਨਾ ਉਹਨਾਂ ਵਾਸਤੇ ਬੜਾ ਭਲਾ, ਬੜਾ ਸ਼ੋਭਨੀਕ ਹੋ ਜਾਂਦਾ ਹੈ, ਜਿਨ੍ਹਾਂ ਦੇ ਮਨ ਅੰਦਰ ਗੁਰੂ ਕੇ ਚਰਨਾਂ ਦਾ ਨਿਵਾਸ ਹੋ ਜਾਂਦਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਿਨ੍ਹਾਂ ਦੇ ਮਨ ਤਨ ਅੰਦਰ ਉਹਦੇ ਸ਼ਬਦ ਵਸ ਜਾਂਦੇ ਹਨ, ਉਹਨਾਂ ਦੀ ਸਾਰੇ ਜਹਾਨੀ ਜੈ ਜੈਕਾਰ। ਤੇ ਹਜੂਰ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਆਸਾੜ ਦਾ ਮਹੀਨਾ ਜਿਹੜਾ ਬੜਾ ਸ਼ੋਭਨੀਕ ਹੁੰਦਾ ਹੈ। ਤੇ ਜਿਨ੍ਹਾਂ ਦੇ ਕੋਲ ਹਰੀ ਦਾ ਨਾਂ ਨਹੀਂ, ਹਰ ਨਾ ਹੋਣਾ ਜਿਨ੍ਹਾਂ ਪਾਸ, ਆਸਾੜ ਤਪੰਦਾ ਤੇ ਸਲਕ ਹੈ। ਹਜੂਰ ਕਹਿੰਦੇ ਉਹਨਾਂ ਨੂੰ ਫਿਰ ਆਸਾੜ ਦਾ ਮਹੀਨਾ ਬਹੁਤ ਦੁਖਦਾਈ ਲੱਗਦਾ ਹੈ, ਬੜਾ ਜ਼ਿਆਦਾ ਉਹਨਾਂ ਨੂੰ ਤਪਾਉਂਦਾ ਹੈ, ਬੜਾ ਜ਼ਿਆਦਾ ਉਹਨਾਂ ਨੂੰ ਸਤਾਉਂਦਾ ਹੈ। ਇਹ ਹਜੂਰ ਪਾਤਸ਼ਾਹ ਜੀ ਨੇ ਆਸਾੜ ਦੇ ਮਹੀਨੇ ਦੀ ਪ੍ਰਾਰੰਭਤਾ ਤੇ ਸਾਨੂੰ ਸਭਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਭੁੱਲਾਂ ਦੀ ਖਿਮਾ ਹਜੂਰ ਕਿਰਪਾ ਕਰਨ। ਇਹ ਮਹੀਨਾ ਹਰ ਘਰ ਅੰਦਰ, ਹਰ ਸਰੀਰ ਅੰਦਰ, ਹਰ ਜੀਵਨ ਅੰਦਰ ਆਪਣੀਆਂ ਰਹਿਮਤਾਂ ਵਰਤਾਏ, ਗੁਰੂ ਕੇ ਸ਼ਬਦ ਦੀ ਪ੍ਰਾਪਤੀ ਹੋਵੇ, ਗੁਰੂ ਸ਼ਬਦ ਦਾ ਨਿੱਘ, ਗੁਰੂ ਸ਼ਬਦ ਦੀ ਠੰਡਕ ਜਿਹੜੀ ਉਹ ਪ੍ਰਾਪਤ ਹੋਵੇ, ਸੁੱਖਾਂ ਨਾਲ ਬਤੀਤ ਹੋਵੇ। ਸੋ ਸਮਾਂ ਸੰਪੰਨ ਹੈ। ਭੁੱਲਾਂ ਦੀ ਖਿਮਾ ਸਹਿਬ ਪਾਤਸ਼ਾਹ ਸਮਤ ਦੀ ਦਾਤ ਬਖਸ਼ ਨਿਵਾਜਣਾ ਕਰਨਾ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।